सो कहो टल गुर सेविय अहनिस सहज सुपाए। दर्शन परसय गुरु कै जन्म मरण दुख जाय। होवै सिवत खसमदी नूर अरसों कुरसों चट्टीऐ। तुद डिठै सच्चे पातशाह मल जन्म जन्म दी कट्टी है। सज्जण सच्चा पातशाह सिर साहां दे शाह। जिस पास बैठिया सोही है सबना दा वेसा। जिस पास बैठिया सोही है सबना दा वेसा। वाहिगुरु जी बसंत महला तीजा गुर शब्दी हर चेत सुभाए। राम नाम रस रहे अगाए। गुर शब्दी हर चेत सुपाए। राम नाम रस रहे अगाए। कोट कुटंत्र के पाप जल जाहे। जीवत मरै हर नाम समाहे। हर की दात हर जियो जाने। गुर कै शब्द एहो मन मौलिया। हर गुण दाता नाम वखाणे रहाओ। भगवै वेश भ्रम मुक्त न होए। बहु संयम शांत न पावै कोय। गुरमत नाम प्राप्त होए। वड पागी हर पावै सोए। कल में राम नाम वड्याई। गुरपुरे ते पाया जाई। नाम रते सदा सुख पाई। बिन नामै हਉ मैं जल जाई। वड भागी हर नाम विचारा। छूटै राम नाम दुख सारा। हृदय वस्या सो बाहर पसारा। नानक जाने सब उपामन हारा। वड भागी हर नाम विचारा। छूटै राम नाम दुख सारा। हृदय वस्या सो बाहर पसारा। नानक जाने सब उपामन हारा। वाहिगुरु जी का खालसा वाहिगुरु जी की फतेह। चवर छत्र तखत दे मालिक सतगुरु जुगो जुग अटल बाणी दे बोहित ब्रह्म ज्ञान दे सागर साहिब श्री गुरु ग्रंथ साहिब जी की पावन पवित्र हजूरी विच सुभाईमान वडभागी गुरमुख सतसंगी जनों, गुरु कृपा सदका अमृत वेले गुरु हजूरी विच बैठण दा सुभाग प्राप्त होया है। गुरबाणी दा रस पिन्ना कीर्तन आप जी ने सुनिया। श्री गुरु ग्रंथ साहिब जी की अमृत बाणी की विचार जो आप जी हर रोज श्रवण करते हो, उस दे नाल संबंधित गुरु के ये पावन पवित्र बचन बसंत राग विचों आप जी श्रवण कर रहे सी। धन गुरु अमरदास जी महाराज ने इस पवित्र मुखवाक दे राही जिथे इस बसंत की गल कीती है,
ਬਸੰਤ ਚੜ੍ਹਦੀ ਹੈ, ਸਾਰੀ ਬਨਸਪਤੀ ਮੌਲ ਪੈਂਦੀ ਹੈ, ਖਿੜਦੀ ਹੈ, ਫੁੱਲ ਜਿਹੜੇ ਖਿੜਦੇ ਨੇ। ਪਰ ਇੱਕ ਮਨੁੱਖ ਹੈ ਜਿਹੜਾ ਅੰਦਰੋਂ ਖਿੜਿਆ ਹੋਇਆ ਨਹੀਂ ਹੈ। ਇੱਕ ਰਹੇ ਸੂਕ ਕਠੂਲੇ, ਮਨੁੱਖ ਹੰਕਾਰ ਕਰਕੇ ਅੰਦਰੋਂ ਸੜਿਆ ਹੋਇਆ। ਇਹ ਮਨ ਜਲਿਆ ਹਉਮੈ ਦੋਏ, ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਮਨੁੱਖਾ ਜ਼ਿੰਦਗੀ ਬੜੀ ਉੱਤਮ ਹੈ, ਸਰਵੋਤਮ ਹੈ ਜਗਤ ਦਾ ਇਹ ਪ੍ਰਾਣੀ, ਪਰ ਉੱਤਮ ਜ਼ਿੰਦਗੀ ਪ੍ਰਾਪਤ ਕਰਕੇ ਵੀ ਮਨੁੱਖ ਪ੍ਰਸੰਨ ਨਹੀਂ ਹੈ, ਖੁਸ਼ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਹਦਾ ਕਾਰਨ ਹੈ ਕਿ ਇਹਦੇ ਅੰਦਰ ਹੰਕਾਰ ਹੈ, ਹੰਕਾਰ ਕਰਕੇ ਇਹ ਅੰਦਰੋਂ ਸੜ ਗਿਆ। ਜਿਵੇਂ ਅੱਗ ਬਲਣ ਦੇ ਨਾਲ ਫਲ ਬੂਟੇ ਸੜ ਜਾਂਦੇ ਨੇ, ਲੂ ਵਗੇ ਸੜ ਜਾਂਦੇ ਨੇ, ਉਹਨਾਂ ਨੂੰ ਪਾਣੀ ਪਏ ਉਹ ਫਿਰ ਹਰੇ ਭਰੇ ਹੋ ਜਾਂਦੇ ਨੇ। ਪਰਮਾਤਮਾ ਨਾਲ ਟੁੱਟ ਕੇ ਹੰਕਾਰ 'ਚ ਪੈ ਕੇ ਇਹ ਮਨ ਸੜ ਜਾਂਦਾ ਹੈ। ਤੇ ਇਹਦੇ ਹਰੇ ਹੋਣ ਦਾ, ਇਹਦੇ ਮੋਲਣ ਦਾ ਇੱਕੋ ਇੱਕ ਸਾਧਨ ਹੈ ਕਿ ਪਰਮਾਤਮਾ ਦੇ ਪਿਆਰ ਵਿੱਚ ਜੁੜੇ। ਗੁਰਬਾਣੀ ਕਹਿੰਦੀ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਪਾਈ। ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਇਹ ਮੌਲ ਸਕਦਾ ਹੈ, ਪ੍ਰਫੁੱਲਤ ਹੋ ਸਕਦਾ ਹੈ, ਖਿੜ ਸਕਦਾ ਹੈ। ਮਨ ਦਾ ਇੱਕ ਸੁਭਾਵ ਹੈ, ਜਿਵੇਂ ਅਸੀਂ ਕੋਈ ਬੀਜ ਬੀਜਦੇ ਹਾਂ, ਬੀਜ ਨੇ ਉੱਗਣਾ ਹੈ, ਉਹਨੇ ਇੱਕ ਦਰਖਤ ਬਣਨਾ ਹੈ, ਉਹਨੂੰ ਫੁੱਲ ਫਲ ਲੱਗਣ ਤੇ ਉਹਨੂੰ ਆਪਾਂ ਕਹਿੰਦੇ ਇਹ ਸਫਲ ਹੋ ਗਿਆ। ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਜ਼ਿੰਦਗੀ ਦਿੱਤੀ ਹੈ, ਇਹਦੇ ਅੰਦਰ ਇੱਕ ਮਨ ਹੈ। ਮਨ ਜੇ ਗੁਰੂ ਕੀ ਮੱਤ ਦੇ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜੇ ਤੇ ਮਨ ਮੌਲਿਆ ਹੈ, ਮਨ ਖਿੜਿਆ ਹੋਇਆ ਹੈ, ਮਨ ਆਨੰਦ ਵਿੱਚ ਰਹਿੰਦਾ ਹੈ। ਮਨ ਜੇ ਅਹੰਕਾਰ ਵਾਲੀ ਮੱਤ ਵਿੱਚ ਵਿਚਰੇ, ਮਨ ਕਦੀ ਪ੍ਰਸੰਨ ਨਹੀਂ ਰਹਿ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਕੋਈ ਮਨੁੱਖ ਗੁਰੂ ਕੀ ਮੱਤ ਗ੍ਰਹਿਣ ਕਰਕੇ ਪਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ, ਉਦੋਂ ਉਹ ਮੌਲਦਾ ਹੈ। ਗੁਰੂ ਕਾ ਇੱਕ ਅੰਮ੍ਰਿਤ ਬਚਨ ਅੱਗੇ ਆਏਗਾ, ਬੰਸਪਤ ਮੌਲੀ ਚੜਿਆ ਬਸੰਤ, ਇਹ ਮਲ ਮੌਲਿਆ ਸਤਿਗੁਰ ਸੰਗ। ਇਤ ਮਨ ਮੌਲੇ ਹੋਏ ਆਨੰਦ। ਇਹ ਮਨ ਜਿਹੜਾ ਇਹ ਗੁਰੂ ਕੀ ਸੰਗਤ ਵਿੱਚ ਹੀ ਆ ਕੇ ਮੌਲ ਸਕਦਾ ਹੈ। ਪਰਮਾਤਮਾ ਦੇ ਨਾਮ ਦੀ ਚਰਚਾ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਵਿੱਚ ਕੀਤੀ ਹੈ। ਨਾਲ ਸਾਹਿਬ ਜੀ ਨੇ ਕਿਹਾ ਕਿ ਇਹ ਨਾਮ ਦੀ ਦਾਤ ਪਰਮਾਤਮਾ ਦੇ ਹੱਥ ਵਿੱਚ ਹੈ, ਉਹ ਕਿਹਨੂੰ ਦੇਣੀ ਹੈ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਨ ਦੇ ਨਾਂ ਲਹਿਨ ਇੱਕ ਨਾ ਸੁੱਤਿਆਂ ਦੇ ਉਠਾਲ। ਦਾਤ ਪਰਮਾਤਮਾ ਦੇ ਹੱਥ ਵਿੱਚ ਹੈ, ਪਰ ਮਿਲਦੀ ਉਹਨਾਂ ਨੂੰ ਹੈ ਜਿਹੜੇ ਗੁਰੂ ਕੀ ਮੱਤ ਦੇ ਰਾਹੀਂ ਉਹਦੇ ਅਧਿਕਾਰੀ ਬਣ ਜਾਂਦੇ ਨੇ। ਤੇ ਨਾਮ ਦੇ ਨਾਲ ਜੁੜ ਕੇ ਮਨੁੱਖ ਦਾ ਮਨ ਮੌਲਦਾ ਹੈ, ਪ੍ਰਫੁੱਲਤ ਹੁੰਦਾ ਹੈ, ਆਨੰਦ ਵਿੱਚ ਚਲਿਆ ਜਾਂਦਾ ਹੈ। ਜਿਵੇਂ ਬਨਸਪਤੀ ਮੌਲੇ, ਉਹਨੂੰ ਫੁੱਲ ਫਲ ਪੈਂਦੇ ਨੇ, ਉਹ ਸਫਲ ਹੋ ਜਾਂਦਾ ਹੈ ਕੋਈ ਬੂਟਾ। ਜਦੋਂ ਮਨ ਮੌਲੇਗਾ, ਹਰਿਆ ਭਰਿਆ ਹੋਏਗਾ, ਪ੍ਰਫੁੱਲਤ ਹੋਏਗਾ, ਇਹਨੂੰ ਫਿਰ ਨਾਮ ਦਾ ਫਲ ਲੱਗੇਗਾ। ਪਰ ਇਹਦੇ ਮੌਲਣ ਦਾ ਤਰੀਕਾ ਹੈ ਗੁਰੂ ਕਾ ਉਪਦੇਸ਼। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਜਿੱਥੇ ਵਾਰ-ਵਾਰ ਨਾਮ ਦਾ ਜ਼ਿਕਰ ਕੀਤਾ ਹੈ, ਨਾਲ ਗੁਰੂ ਕੀ ਮੱਤ ਦਾ ਜ਼ਿਕਰ ਕੀਤਾ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਬੜੇ ਪਿਆਰੇ ਬਚਨ, ਨਾਏ ਸੁਣੀਏ ਸਭ ਸਿੱਧ ਹੈਰਦ ਪਿੱਛੇ ਆਵੇ, ਨਾਏ ਸੁਣੀਏ ਨੌ ਨਿਧ ਮਿਲੇ ਮਨ ਚਿੰਦਿਆ ਫਾਵੇ, ਨਾਏ ਸੁਣੀਏ ਸੰਤੋਖ ਹੋਏ ਕਵਲਾ ਚਰਨ ਤੇ ਆਵੇ, ਨਾਏ ਸੁਣੀਏ ਸਹਿਜ ਉਪਜੇ ਸਹਿਜੇ ਸੁਖ ਪਾਵੇ, ਗੁਰਮਤੀ ਨਾਉ ਪਾਈ ਹੈ ਨਾਨਕ ਗੁਣ ਗਾਵੇ। ਸਤਿਗੁਰੂ ਜੀ ਕਹਿੰਦੇ ਕਿ ਨਾਮ ਦੇ ਵਿੱਚ ਜੁੜਨ ਦੇ ਨਾਲ, ਨਾਮ ਨੂੰ ਸੁਣਨ ਦੇ ਨਾਲ ਮਨੁੱਖ ਨੂੰ ਰਿੱਧੀਆਂ ਸਿੱਧੀਆਂ ਬਰਕਤਾਂ ਮਿਲ ਜਾਂਦੀਆਂ ਨੇ, ਅੰਦਰ ਸਹਿਜ ਆ ਜਾਂਦਾ ਹੈ। ਮਾਇਆ ਮਨੁੱਖ ਦੇ ਚਰਨਾਂ ਦੀ ਸੇਵਾਦਾਰ ਬਣ ਜਾਂਦੀ ਹੈ, ਸਹਿਜ ਵਿੱਚ ਮਨੁੱਖ ਆਤਮਿਕ ਆਨੰਦ ਮਾਣਦਾ ਹੈ। ਪਰ ਗੁਰਮਤੀ ਨਾਉ ਪਾਈ ਹੈ, ਗੁਰੂ ਕੀ ਮੱਤ ਦੇ ਰਾਹੀਂ ਇਹ ਨਾਮ ਮਿਲਦਾ ਹੈ। ਨਾਮ ਮਨੁੱਖ ਦੇ ਅੰਦਰ ਹੈ, ਪਰ ਆਪਣੀ ਮਨ ਦੀ ਮੱਤ ਕਰਕੇ ਮਨੁੱਖ ਟੁੱਟਿਆ ਹੋਇਆ ਹੈ, ਖੁਆਰ ਹੋ ਰਿਹਾ ਹੈ। ਗੁਰੂ ਕੀ ਮੱਤ ਦੇ ਰਾਹੀਂ ਜਦੋਂ ਮਨੁੱਖ ਆਪਣੇ ਅੰਦਰ ਜੁੜਦਾ ਹੈ ਤੇ ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥੀਆ। ਉਹ ਅੰਦਰ ਜਿਹੜਾ ਲੁਕਿਆ ਹੋਇਆ ਪਰਮਾਤਮਾ ਦਾ ਨਾਮ ਹੈ, ਜਿਹਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹ ਨਾਮ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਮੌਲੇ ਹੋਏ ਮਨ ਦੀ ਗੱਲ ਕਰਦੇ ਹਾਂ। ਸਾਨੂੰ ਵੀ ਗੁਰੂ ਕੇ ਉਪਦੇਸ਼ ਰਾਹੀਂ ਮੌਲਣ ਦੀ ਜੋ ਜੁਗ ਦਰਸਾ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹ ਅੰਮ੍ਰਿਤ ਬਚਨ ਵਿਚਾਰੀਏ।
ਗੁਰੂ ਚਰਨਾਂ ਦਾ ਧਿਆਨ ਧਰਦਿਆਂ, ਮਨ ਬਿਰਤੀਆਂ ਨੂੰ ਟਿਕਾਉਂਦਿਆਂ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਬਸੰਤ ਮਹਿਲਾ ਤੀਜਾ, ਗੁਰ ਸ਼ਬਦੀ ਹਰ ਚੇਤ ਸੁਭਾਏ। ਧੰਨ ਗੁਰੂ ਅਮਰਦਾਸ ਜੀ ਦੇ ਇਹ ਪਾਵਨ ਵਚਨ ਬਸੰਤ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1175 ਤੇ ਅੰਕਿਤ ਹਨ। ਸਤਿਗੁਰੂ ਜੀ ਨੇ ਮੁੱਖ ਵਾਕ ਦੀਆਂ ਜੋ ਮੁੱਖ ਕੇਂਦਰੀ ਪੰਕਤੀਆਂ ਨੇ, ਉੱਥੇ ਬਚਨ ਕਿਹਾ ਕਿ ਹਰ ਕੀ ਦਾਤ ਹਰ ਜੀਉ ਜਾਣੈ। ਇਹ ਨਾਮ ਵਾਹਿਗੁਰੂ ਜੀ ਦੀ ਦਾਤ ਹੈ। ਇਹ ਆਪਣੇ ਯਤਨ ਦੇ ਨਾਲ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਕਾ ਇੱਕ ਬਚਨ ਕਿ ਇੱਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਜਿਹੜੀ ਚੀਜ਼ ਕਹੀਏ ਕਿ ਅਸੀਂ ਆਪਣੇ ਯਤਨ ਨਾਲ ਪ੍ਰਾਪਤ ਕੀਤੀ, ਉਹ ਤੇ ਦਾਤ ਨਹੀਂ ਕਹੀ ਜਾ ਸਕਦੀ। ਦਾਤ ਉਹ ਹੈ ਜੋ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਰਹਿਮਤ ਹੁੰਦੀ ਹੈ। ਨਾਮ ਆਪਣੇ ਦੇ ਨਾਲ ਮਿਲ ਹੀ ਨਹੀਂ ਸਕਦਾ। ਗੁਰਬਾਣੀ ਚ ਵਾਰ-ਵਾਰ ਕਿਹਾ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿਸੇ ਸੋਨੇ ਚਾਂਦੀ ਜਾਂ ਪਦਾਰਥ ਦੇ ਰਾਹੀਂ, ਸਿਆਣਪ ਦੇ ਰਾਹੀਂ ਇਹ ਨਾਮ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕਿਸੇ ਹੱਠ ਕਿਤੇ ਤਪ ਦੇ ਰਾਹੀਂ ਨਾਮ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹ ਤੇ ਵਾਹਿਗੁਰੂ ਜੀ ਦੇ ਹੱਥ ਸਮਰਪਣ ਕੀਤਿਆਂ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਇਹ ਤੋਂ ਪਰਮਾਤਮਾ ਦੇ ਹੱਥ ਵਿੱਚ ਇਹ ਦਾਤ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਦਾਤ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਤੇ ਵਾਹਿਗੁਰੂ ਜੀ ਜਾਣਦਾ ਹੈ ਇਹ ਕਿਹਨੂੰ ਦੇਣੀ ਹੈ, ਕਦੋਂ ਦੇਣੀ ਹੈ। ਪਰ ਜਿਨ੍ਹਾਂ ਨੂੰ ਵੀ ਪ੍ਰਾਪਤ ਹੁੰਦੀ ਹੈ, ਗੁਰ ਕੈ ਸ਼ਬਦ ਇਹੋ ਮਨ ਮੌਲਿਆ, ਹਰ ਗੁਣ ਦਾਤਾ ਨਾਮ ਵਖਾਣੈ। ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜੇ, ਗੁਰੂ ਕੀ ਮੱਤ ਨਾਲ ਜੁੜੇ, ਗੁਰੂ ਕੀ ਮੱਤ ਦੇ ਰਾਹੀਂ, ਗੁਰੂ ਕੇ ਸ਼ਬਦ ਦੇ ਰਾਹੀਂ ਉਹਨਾਂ ਦਾ ਮਨ ਮੌਲਦਾ। ਜਿਵੇਂ ਕੋਈ ਬੂਟਾ ਹੈ, ਉਹ ਹਰਿਆ ਭਰਿਆ ਹੋਏਗਾ ਤੇ ਫੁੱਲ ਫਲ ਉਹਨੂੰ ਹੀ ਲੱਗਣਗੇ ਨਾ, ਸੁੱਕੇ ਬੂਟੇ ਨੂੰ ਤਾਂ ਨਹੀਂ ਲੱਗਦੇ। ਤੇ ਬੂਟਾ ਹਰਿਆ ਭਰਿਆ ਤਾਂ ਰਹੇਗਾ ਜੇ ਉਹਨੂੰ ਪਾਣੀ ਪੈਂਦਾ ਰਹੇਗਾ, ਉਹਨੂੰ ਠੀਕ ਮਾਹੌਲ ਮਿਲੇਗਾ, ਉਹ ਪ੍ਰਫੁੱਲਿਤ ਰਹੇਗਾ। ਜਿਉਂ-ਜਿਉਂ ਉਹ ਵਿਕਾਸ ਕਰੇਗਾ, ਉਹਨੂੰ ਫੁੱਲ ਲੱਗਣਗੇ, ਉਹਨੂੰ ਫਲ ਲੱਗੇਗਾ, ਉਹ ਸਫਲ ਹੋ ਜਾਏਗਾ। ਸਾਡਾ ਇਹ ਮਨ ਵੀ ਇੱਕ ਬ੍ਰਿਖਤ ਦੀ ਨਿਆਈ ਹੈ। ਇਹ ਮਨ ਜੇ ਹੰਕਾਰ ਵਾਲੇ ਬੰਨੇ ਲੱਗਿਆ ਸੁੱਕ ਜਾਏਗਾ, ਇਹਨੂੰ ਕੋਈ ਫੁੱਲ ਫਲ ਨਹੀਂ ਲੱਗੇਗਾ। ਪਰ ਜਦੋਂ ਇਹ ਗੁਰੂ ਕੇ ਸ਼ਬਦ ਦੇ ਰਾਹੀਂ ਪ੍ਰਫੁੱਲਿਤ ਹੋ ਗਿਆ, ਕਿਉਂਕਿ ਸਤਿਗੁਰੂ ਜੀ ਮਨੁੱਖ ਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਜੋੜਦੇ ਨੇ। ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਏਗਾ, ਪ੍ਰਮਾਤਮਾ ਦੀ ਸਿਫਤ ਸਲਾਹ ਕਰੇਗਾ, ਤਿਉਂ-ਤਿਉਂ ਇਹ ਪ੍ਰਫੁੱਲਿਤ ਹੋਏਗਾ, ਤਿਉਂ-ਤਿਉਂ ਇਹ ਮੌਲੇਗਾ। ਮੌਲੇ ਦਾ ਅਰਥ ਹੁੰਦਾ ਖਿੜਨਾ, ਪ੍ਰਫੁੱਲਿਤ ਹੋਣਾ, ਹਰੇ ਭਰੇ ਹੋਣਾ। ਜਿਉਂ-ਜਿਉਂ ਇਹ ਪ੍ਰਫੁੱਲਿਤ ਹੋਏਗਾ, ਮੌਲੇਗਾ, ਤਿਉਂ-ਤਿਉਂ ਇਹਨੂੰ ਫੁੱਲ ਫਲ ਲੱਗਣਗੇ। ਇਹਨੂੰ ਫਲ ਲੱਗੇਗਾ ਨਾਮ ਦਾ। ਸਤਿਗੁਰੂ ਜੀ ਨੇ ਬਚਨ ਕਿਹਾ, ਕਰਮ ਭੇਡ ਸਾਖਾਹਾਰੀ, ਧਰਮ ਫੁੱਲ ਫਲ ਗਿਆਨ। ਇਹਨੂੰ ਧਰਮ ਦਾ ਫੁੱਲ ਲੱਗੇਗਾ, ਇਹਨੂੰ ਗਿਆਨ ਦਾ ਫਲ ਲੱਗੇਗਾ, ਪਰਮਾਤਮਾ ਦੇ ਨਾਮ ਨਾਲ ਹੀ ਸਾਂਝ ਬਣੇਗੀ। ਗੁਰ ਕੈ ਸ਼ਬਦ ਇਹੋ ਮਨ ਮੌਲਿਆ। ਭਾਈ ਜਿਨ੍ਹਾਂ ਦਾ ਗੁਰੂ ਕੇ ਸ਼ਬਦ ਦੇ ਰਾਹੀਂ ਇਹ ਮਨ ਮੌਲ ਪਿਆ, ਹਰਿਆ ਹੋ ਗਿਆ। ਸਤਿਗੁਰੂ ਜੀ ਸਾਨੂੰ ਪ੍ਰਮਾਤਮਾ ਦੇ ਪਿਆਰ 'ਚ ਜੋੜਦੇ ਨੇ, ਪ੍ਰਮਾਤਮਾ ਦੇ ਗੁਣਾਂ ਨਾਲ ਜੋੜਦੇ ਨੇ, ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਜੋੜਦੇ ਨੇ। ਜਿਉਂ-ਜਿਉਂ ਮਨੁੱਖ ਦੇ ਮਨ ਵਿੱਚ ਰੱਬੀ ਗੁਣ ਆਉਣਗੇ, ਤਿਉਂ-ਤਿਉਂ ਮਨ ਮੌਲੇਗਾ, ਪ੍ਰਫੁੱਲਿਤ ਹੋਏਗਾ, ਖਿੜੇਗਾ ਮਨ। ਜਿਉਂ-ਜਿਉਂ ਮਨ ਮੌਲੇਗਾ, ਫਿਰ ਹਰ ਗੁਣ ਦਾਤਾ ਨਾਮ ਵਖਾਣੈ। ਉਹ ਵਾਹਿਗੁਰੂ ਜੀ ਜੋ ਗੁਣਾਂ ਦਾ ਦਾਤਾ ਹੈ, ਮਨੁੱਖ ਉਸ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦਾ ਹੈ। ਨਾਮ ਕੇਵਲ ਇਹ ਅਰਥ ਨਹੀਂ ਕਿ ਮੁਖ ਤੋਂ ਅਸੀਂ ਰੱਬ ਰੱਬ ਕਹਿ ਰਹੇ ਹਾਂ ਜਾਂ ਕੋਈ ਵਿਸ਼ੇਸ਼ ਨਾਮ ਲੈ ਕੇ ਪ੍ਰਮਾਤਮਾ ਨੂੰ ਯਾਦ ਕਰ ਰਹੇ ਹਾਂ। ਇਹ ਤਾਂ ਇੱਕ ਅਭਿਆਸ ਹੈ, ਬਹੁਤ ਉੱਤਮ ਗੱਲ ਹੈ ਇਹ ਵੀ। ਲੇਕਿਨ ਨਾਮ ਦਾ ਅਰਥ ਇਹ ਹੈ ਕਿ ਮਨੁੱਖ ਹਮੇਸ਼ਾ ਫਿਰ ਰੱਬੀ ਰਜਾ 'ਚ ਵਿਚਰਦਾ ਹੈ। ਹਰ ਹਾਲਤ ਵਿੱਚ ਉਹ ਵਾਹਿਗੁਰੂ ਜੀ ਦੇ ਹੀ ਗੁਣ ਗਾਉਂਦਾ ਹੈ, ਹਰ ਹਾਲਤ ਵਿੱਚ ਉਹ ਵਾਹਿਗੁਰੂ ਜੀ ਦੀ ਹੀ ਸਿਫਤ ਸਲਾਹ ਕਰਦਾ ਹੈ। ਨਾਮ ਦਾ ਅਰਥ ਹੈ ਕਿ ਜੋ ਵਾਹਿਗੁਰੂ ਜੀ ਨੇ ਦਿੱਤਾ ਉਹਦੇ ਲਈ ਸਦਾ ਸ਼ੁਕਰਾਨਾ ਕਰਨਾ, ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿਣਾ। ਕੋਈ ਮਨੁੱਖ ਸਾਡੀ ਮਦਦ ਕਰੇ, ਉਹਨੂੰ ਅਸੀਂ ਵਾਰ-ਵਾਰ ਚੇਤੇ ਕਰੀਏ
ਤੇ ਸਾਡੇ ਜਾਣਨ ਵਾਲੇ ਕੋਲ ਬੈਠੇ ਕਹਿਣਗੇ ਉਹਦਾ ਬੜਾ ਨਾਮ ਜਪਦੇ ਵਾਰ-ਵਾਰ। ਉਹਨੂੰ ਕੋਈ ਮਾਲਾ ਲੈ ਕੇ ਤਾਂ ਨਹੀਂ ਜਪਦਾ ਹੁੰਦਾ ਉਹ ਬੰਦਾ, ਜਾਂ ਉਹਦਾ ਨਾਮ ਤਾਂ ਨਹੀਂ ਮੂੰਹ ਤੋਂ ਵਾਰ-ਵਾਰ ਜਪਦਾ। ਨਾਮ ਜਪਣ ਦਾ ਅਰਥ ਹੈ ਕਿ ਉਹਨੂੰ ਵਾਰ-ਵਾਰ ਚੇਤੇ ਕਰਨਾ ਕਿਸੇ ਬਹਾਨੇ ਦੇ ਨਾਲ। ਇੱਥੇ ਨਾਮ ਵਿਖਾਣੇ ਦਾ ਅਰਥ ਹੈ ਕਿ ਜਿਸ ਮਨੁੱਖ ਦੀ ਸਾਂਝ ਗੁਰੂ ਕੇ ਸ਼ਬਦ ਨਾਲ ਬਣ ਗਈ, ਉਹ ਮਨੁੱਖ ਸਦਾ ਪ੍ਰਸੰਨ ਰਹਿੰਦਾ, ਅੰਦਰੋਂ ਪ੍ਰਸੰਨ। ਤੇ ਜਿਹੜਾ ਪ੍ਰਸੰਨ ਬੰਦਾ ਨਾ, ਹਰ ਵੇਲੇ ਉਹ ਪ੍ਰਮਾਤਮਾ ਦਾ ਧੰਨਵਾਦ ਹੀ ਕਰਦਾ, ਉਹ ਖੁਸ਼ ਰਹਿੰਦਾ। ਦੁਖੀ ਬੰਦਾ ਕਦੀ ਧੰਨਵਾਦ ਨਹੀਂ ਕਰ ਸਕਦਾ, ਉਹ ਤੇ ਉਲਾਮੇ ਦਿੰਦਾ ਰਹਿੰਦਾ, ਗਿਲੇ ਸਿਕਵੇ ਕਰਦਾ ਰਹਿੰਦਾ ਪ੍ਰਮਾਤਮਾ ਤੇ। ਬਹੁਤ ਕੁਝ ਹੈ ਮਨੁੱਖ ਦੇ ਕੋਲ, ਪ੍ਰਮਾਤਮਾ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਕਈ ਵਾਰ ਦੇਖਦੇ ਮਨੁੱਖਾਂ ਨੂੰ, ਪਰ ਧੰਨਵਾਦ ਕਰਨਾ, ਪ੍ਰਮਾਤਮਾ ਦੇ ਗੁਣ ਗਾਉਣੇ, ਇਹ ਤੇ ਭਾਗਾਂ ਵਾਲਿਆਂ ਨੂੰ ਦਾਤ ਮਿਲਦੀ ਜਿਨ੍ਹਾਂ ਦੇ ਕੋਲ ਗੁਰੂ ਕੀ ਮੱਤ ਹੈ। ਇਸੇ ਕਰਕੇ ਵਾਰ-ਵਾਰ ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਕੀ ਮੱਤ ਦੇ ਨਾਲ ਜੁੜੋ। ਗੁਰੂ ਕੀ ਮੱਤ ਨਾਲ ਜੁੜਿਆ, ਗੁਰੂ ਕੇ ਸ਼ਬਦ ਨਾਲ ਜੁੜਿਆ ਹੋਇਆ ਬੰਦਾ ਹਮੇਸ਼ਾ ਮੌਲਿਆ ਰਹਿੰਦਾ, ਪ੍ਰਸੰਨ ਰਹਿੰਦਾ, ਖਿੜਿਆ ਰਹਿੰਦਾ। ਤੇ ਅਜਿਹਾ ਬੰਦਾ ਹਰ ਵੇਲੇ ਹੀ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ, ਪ੍ਰਮਾਤਮਾ ਦੀ ਕੀਰਤੀ ਕਰਦਾ ਰਹਿੰਦਾ, ਸਿਫਤ ਸਲਾਹ ਕਰਦਾ ਰਹਿੰਦਾ। ਸਤਿਗੁਰੂ ਜੀ ਨੇ ਆਰੰਭ ਤੋਂ ਸਾਨੂੰ ਉਪਦੇਸ਼ ਦਿੱਤਾ, ਗੁਰ ਸ਼ਬਦੀ ਹਰ ਚੇਤ ਸੁਭਾਏ, ਵੀ ਜਿਹੜੇ ਮਨੁੱਖ ਗੁਰੂ ਕੇ ਸ਼ਬਦ ਦੇ ਰਾਹੀਂ ਹਰੀ ਨੂੰ ਚੇਤੇ ਰੱਖਦੇ ਨੇ, ਹਰ ਚੇਤ ਦੇ ਤੱਤੇ ਨੂੰ ਸਿਹਾਰੀ ਹੈ, ਚੇਤੇ ਵਿੱਚ ਰੱਖਦੇ ਨੇ, ਯਾਦ ਵਿੱਚ ਰੱਖਦੇ ਨੇ ਜਿਹੜੇ ਹਰੀ ਨੂੰ, ਸੁਭਾਏ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪ੍ਰਗਟ ਹੋਈ ਚਲਿਆ ਜਾਂਦਾ। ਜਿਉਂ-ਜਿਉਂ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੇ ਨੇ, ਤਿਉਂ-ਤਿਉਂ ਉਹਨਾਂ ਦੇ ਅੰਦਰ ਹੋਰ ਪਿਆਰ ਜਿਹੜਾ ਪ੍ਰਬਲ ਹੋਈ ਚਲਿਆ ਜਾਂਦਾ। ਸੁਭਾਏ ਦਾ ਅਰਥ ਹੈ ਪਿਆਰ ਵਾਲੇ ਬਣ ਜਾਂਦੇ ਨੇ ਉਹ। ਰਾਮ ਨਾਮ ਰਸ ਰਹਿ ਅਗਾਏ, ਜਿਉਂ-ਜਿਉਂ ਉਹ ਗੁਰੂ ਕੇ ਸ਼ਬਦ ਦੇ ਰਾਹੀਂ ਵਾਹਿਗੁਰੂ ਜੀ ਨੂੰ ਆਪਣੀ ਸੁਰਤ 'ਚ ਵਸਾਉਂਦੇ ਨੇ, ਤਿਉਂ-ਤਿਉਂ ਉਹਨਾਂ ਦੇ ਅੰਦਰ ਪਿਆਰ ਭਰਦਾ ਚਲਿਆ ਜਾਂਦਾ ਹੈ। ਤਿਉਂ-ਤਿਉਂ ਉਹ ਵਾਹਿਗੁਰੂ ਜੀ ਦੇ ਰਸ ਵਿੱਚ ਖਚਤ ਹੁੰਦੇ ਜਾਂਦੇ ਨੇ, ਓਤ-ਪੋਤ ਹੁੰਦੇ ਜਾਂਦੇ ਨੇ। ਜਿਉਂ-ਜਿਉਂ ਉਹ ਵਾਹਿਗੁਰੂ ਜੀ ਦੇ ਰਸ ਵਿੱਚ ਲਿਵਲੀਨ ਹੁੰਦੇ ਨੇ, ਤਿਉਂ-ਤਿਉਂ ਉਹ ਅੰਦਰੋਂ ਤ੍ਰਿਪਤ ਹੁੰਦੇ ਨੇ, ਰੱਜਦੇ ਨੇ। ਦੁਨਿਆਵੀ ਤੌਰ ਤੇ ਅਸੀਂ ਮਨ ਦੀ ਸੰਤੁਸ਼ਟੀ ਦੇ ਲਈ ਬੜੇ ਰਸ ਚੱਖਦੇ ਹਾਂ, ਕਈ ਤਰ੍ਹਾਂ ਦੇ ਭੋਗ ਭੋਗਦੇ ਹਾਂ, ਪਦਾਰਥ ਖਾਂਦੇ ਹਾਂ, ਪਰ ਮਨ ਨੂੰ ਇੱਕ ਭਟਕਣਾ ਜੀ ਬਣੀ ਰਹਿੰਦੀ ਹੈ। ਜਿੰਨਾ ਮਰਜੀ ਸਵਾਦਿਸ਼ਟ ਭੋਜਨ ਬੰਦਾ ਖਾ ਲੇ ਨਾ, ਉਹਦੇ ਅੰਦਰ ਹੋਰ ਭੁੱਖ ਪੈਦਾ ਹੁੰਦੀ ਕੁਝ ਹੋਰ ਵਧੀਆ ਖਾਣ ਦੇ ਲਈ। ਰੱਜਦਾ ਹੀ ਨਹੀਂ ਹੈ ਮਨੁੱਖ, ਤਰ੍ਹਾਂ ਤਰ੍ਹਾਂ ਦੇ ਚਸਕਿਆਂ ਤੋਂ ਬਾਅਦ ਫਿਰ ਹੋਰ ਅੱਗੇ ਵਧੀਆ ਤੋਂ ਵਧੀਆ ਕੁਝ ਖਾਣ ਨੂੰ ਉਹਦਾ ਜੀ ਕਰਦਾ ਰਹਿੰਦਾ। ਦੇਖਣ ਲੱਗ ਜੇ ਬੰਦਾ, ਹੋਰ ਕੁਝ ਦੇਖਣ ਨੂੰ ਜੀ ਕਰਦਾ, ਸੁਣਨ ਵਾਲੇ ਦਾ ਹੋਰ ਕੁਝ ਸੁਣਨ ਨੂੰ ਜੀ ਕਰਦਾ। ਮਨੁੱਖ ਦੀ ਭੁੱਖ ਮਿਟਦੀ ਨਹੀਂ ਹੈ, ਸਗੋਂ ਭਟਕਣਾ ਵੱਧਦੀ ਚਲੀ ਜਾਂਦੀ ਹੈ। ਪਰ ਜਿਉਂ-ਜਿਉਂ ਮਨੁੱਖ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੀ ਚੇਤਾ ਸ਼ਕਤੀ ਵਿੱਚ ਪ੍ਰਮਾਤਮਾ ਨੂੰ ਵਸਾਉਂਦਾ, ਉਹਦੇ ਅੰਦਰ ਪਿਆਰ ਪੈਦਾ ਹੁੰਦਾ। ਜਿਉਂ-ਜਿਉਂ ਪਿਆਰ ਪੈਦਾ ਹੁੰਦਾ, ਉਹਨੂੰ ਅੰਦਰੋਂ ਇੱਕ ਰਸ ਆਉਂਦਾ, ਆਨੰਦ ਆਉਂਦਾ। ਉਹ ਰਸ ਉਹਦੇ ਅੰਦਰ ਤ੍ਰਿਪਤੀ ਪੈਦਾ ਕਰਦਾ, ਉਹਦੇ ਅੰਦਰ ਸੈਟਿਸਫੈਕਸ਼ਨ ਪੈਦਾ ਕਰਦਾ, ਅੰਦਰੋਂ ਉਹ ਰੱਜ ਜਾਂਦਾ। ਦੁਨਿਆਵੀ ਪਦਾਰਥਾਂ ਦੇ ਨਾਲ ਭੁੱਖਾਂ ਵੱਧਦੀਆਂ ਨੇ, ਨਾਮ ਦੇ ਨਾਲ ਅੰਦਰੋਂ ਭੁੱਖਾਂ ਮਿਟਦੀਆਂ ਨੇ, ਮਨੁੱਖ ਰੱਜਦਾ। ਕੋਟ ਕੋਟੰਤਰ ਕੇ ਪਾਪ ਜਲ ਜਾਹੇ, ਦੁਨਿਆਵੀ ਪਦਾਰਥਾਂ ਦਾ ਚਸਕਾ ਮਨੁੱਖ ਨੂੰ ਪੈ ਜਾਏ ਨਾ, ਤੇ ਮਨੁੱਖ ਆਪਣੇ ਚਸਕੇ ਨੂੰ ਪੂਰੀਆਂ ਕਰਨ ਦੇ ਲਈ ਹਰ ਯਤਨ ਕਰਦਾ। ਫਿਰ ਪੈਸੇ ਚਾਹੀਦੇ ਨੇ, ਝੂਠ ਬੋਲ ਕੇ ਵੀ ਲੈ ਲਓ, ਹੇਰਾ ਫੇਰੀ, ਠੱਗੀ ਠੋਰੀ, ਬੇਈਮਾਨੀ, ਜੋ ਮਰਜ਼ੀ ਕਰ ਲਓ, ਲੁੱਟ ਖੋਹ ਕਰ ਲਓ, ਪੈਸੇ ਹੀ ਚਾਹੀਦੇ ਨੇ। ਕਿਉਂਕਿ ਮਨੁੱਖ ਇਹੋ ਜਿਹੇ ਚਸਕਿਆਂ 'ਚ ਪੈ ਗਿਆ, ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਬਹੁਤ ਕੁਝ ਕਰਦਾ। ਦੇਖੋ, ਕਿਸੇ ਦਾ ਵਸ ਨਹੀਂ ਚੱਲਦਾ, ਉਹ ਡਾਂਗ ਦੇ ਨਾਲ ਖੋਹ ਲੈਂਦਾ, ਤੇ ਕਈ ਡਾਂਗ ਨਹੀਂ ਤੇ ਉਹ ਆਪਣੀ ਕਲਮ ਦੇ ਨਾਲ ਖੋਹ ਲੈਂਦੇ ਨੇ। ਹੈ ਤੇ ਬਰਾਬਰ ਹੀ ਹੈ ਨਾ ਗੱਲ, ਕੋਈ ਡਾਂਗ ਨਾਲ ਲੁੱਟ ਲੇ, ਕੋਈ ਕਲਮ ਨਾਲ ਲੁੱਟ ਲੇ, ਕੋਈ ਦਿਮਾਗ ਨਾਲ ਲੁੱਟ ਲੇ, ਹੈ ਤੇ ਲੁੱਟਣਾ ਹੀ ਹੈ ਨਾ ਦੂਜਿਆਂ ਨੂੰ। ਦੋਵੇਂ ਬਰਾਬਰ ਦੇ ਪਾਪ ਨੇ। ਮਤਾਂ ਕੋ ਸੋਚੇ ਕਿ ਰਾਹ 'ਚ ਜਾ ਕੇ ਜਾਂ ਰਾਤ ਨੂੰ ਲੁੱਟਣ ਵਾਲਾ ਬਹੁਤਾ ਪਾਪੀ ਹੈ, ਤੇ ਮੈਂ ਕਿਸੇ ਦਫ਼ਤਰ 'ਚ ਬੈਠ ਕੇ ਕਲਮ ਨਾਲ ਹੀ ਹੇਰਾ ਫੇਰੀ ਕਰ ਲਈ ਤੇ ਮੈਨੂੰ ਕੋਈ ਪਾਪ ਨਹੀਂ ਲੱਗੇਗਾ। ਮਨੁੱਖ ਦੀ ਬਿਰਤੀ ਲੁੱਟਣ ਦੀ ਹੈ। ਇਹ ਠੀਕ ਹੈ ਕਿ ਜਿਹੜੇ ਸੜਕਾਂ ਤੇ ਖਲੋ ਕੇ ਲੁੱਟਦੇ ਨੇ ਉਹਨਾਂ ਨੂੰ ਅਪਰਾਧੀ ਕਿਹਾ ਜਾਂਦਾ ਹੈ, ਉਹ ਨਜ਼ਰ ਆ ਜਾਂਦੇ ਨੇ, ਉਹਨਾਂ ਲਈ ਕਾਨੂੰਨ ਬਣਿਆ। ਤੇ ਜਿਹੜੇ ਦਿਮਾਗ ਨਾਲ ਲੁੱਟਦੇ, ਆਪਾਂ ਦੇਖਦੇ ਹਾਂ ਮੁਲਕ ਨੂੰ ਲੁੱਟ ਕੇ ਬਾਹਰ ਜਾ ਬੈਠਦੇ ਨੇ, ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ। ਕੋਈ ਬੰਦਾ ਕਿਸੇ ਕੋਲ 100, 50, 2000, 10,000 ਖੋਹ ਲਏਗਾ, ਉਹਨੂੰ ਅਪਰਾਧੀ ਗਿਣਿਆ ਜਾਂਦਾ। ਤੇ ਜਿਹੜਾ ਮੁਲਕ ਨੂੰ ਹੀ ਲੁੱਟ ਕੇ ਲੈ ਜਾਏ,
वो अपराधी नज़र ही नहीं आता लोगों को। आम बंदे नूं कुट-कुट के मार देंदे ने लोग, पुलिस भी उन्होंने मगर पई रहिंदी है, उन्हां गरीबां नूं भी कुटदी रहिंदी है। दरअसल पाप केवल ये नहीं है कि किसी को खोया तो पाप लग गया, लेकिन किसी नूं किसी भी तरीके दे नाल लुट लेना, भावें वो सियाणप नाल है, कलम नाल है, दिमाग नाल है, ये तो बहुत वड्डा पाप है। ज्यों ज्यों दुनिया के पदार्थां नाल मनुख जुड़दा है, उहदी भटकना वधदी है, क्योंकि वो पाप कर्म करी चलिया जाता है। ज्यों ज्यों मनुख गुरु के शब्द दे नाल वाहिगुरू जी के नाम नाल जुड़दा, अपनी जाच नाम नूं वसाउंदा, त्यों त्यों उहनूं रस आउंदा है, त्यों त्यों अंदरों वो रजदा चलिया जाता है, तृप्त हुंदा जांदा है। ज्यों ज्यों तृप्त हुंदा है, कोट कुटंतर के पाप जल जाहे, ਉਹਦੇ ਅੰਦਰੋਂ ਕਰੋੜਾਂ ਹੀ ਜਨਮਾਂ ਦੇ ਜਿਹੜੇ ਪਾਪ ਨੇ ਉਹ ਜਲਣੇ ਸ਼ੁਰੂ ਹੋ ਜਾਂਦੇ ਨੇ, ਉਹ ਮਿਟਣੇ ਸ਼ੁਰੂ ਹੋ ਜਾਂਦੇ ਨੇ। ਸਾਡੇ ਅੰਦਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਓ। ਕਈ ਜਨਮਾਂ ਦੀ ਮੈਲ ਲੱਗੀ ਹੋਈ ਸਾਡੇ ਅੰਦਰ। ਕਦੀ ਲੋਭ ਚ ਆ ਕੇ ਅਸੀਂ ਲੋਭ ਦੀ ਪੂਰਤੀ ਲਈ ਔਗਣ ਕਰਦੇ, ਮੈਲ ਲੱਗ ਗਈ। ਕ੍ਰੋਧ ਵਿੱਚ ਆ ਕੇ क्रोध नूं आपां पूरियां करन लई पाप करते हैं। वासना च आके, तृष्णा च आके, ये ज्यों ज्यों अंदर मैल जमदी है, ये बाहरले जतन नाल नहीं लथदी। साहब कहंदे ने फिर कोट कुटंतर के पाप जल जाए। गुरु के शब्द दे राहीं ज्यों ज्यों बंदा वाहिगुरू जी दे प्यार च जुड़दा है, उहनूं रस आउंदा है, अंदरों रजदा है, ते उहदे अंदरों करोड़ां जन्मां दे जिहड़े पाप ने वो मिट जांदे ने, वो खत्म हो जांदे ने। फिर जीवत मरे हर नाम समाए। असी कहने जी नाम विच सुरत किवें जुड़े, ते असी नाम विच जुड़न दे लई ज़्यादातर अभ्यास करते हैं, बैठ के सवेरे उठ के सिमरन करो, सत्संगत विच करो, ये बहुत वधिया उद्यम है, चंगी गल है। पर नाम विच कदों जुड़दा है बंदा, जां नाम विच सुरत लगदी कदों है? जदों अंदरों पाप मिट जाणगे। हुण अंदर मैल है, तुसी बाहरों जतन लाई जाओ, नाम विच सुरत नहीं जुड़ेगी। जोड़ना तो सुरत नूं है, रसना नाल जपना मुबारक है, पर जोड़ना तो सुरत नूं है ना। हुण सुरत दे अंदर मैल है, जिन्ना चिर सुरत पवित्र नहीं हुंदी उन्ना चिर ते वो लीन ही नहीं होएगी परमात्मा च, क्योंकि इत्थे मेल हो ही नहीं सकता। असी मैले हाँ, परमात्मा उज्जल है। आम आप देखते हैं कि गंदे भांडे च कोई वधिया चीज़ पै ही नहीं सकती, पेगी खराब हो जाएगी। जिस मकसद लिए असी उदाहरण के तौर पर दुध ही लेने, दुध तो लेने कि वो साफ होए, उन्हें वरतीए, अपनी लोड़ पूरी करिए। पर गंदे भांडे च दुध पा लियो तो दुध भी खराब हो जाना है, साडी लोड़ पूरी नहीं होनी। इस करके सतगुरु जी कहते ने कि साडी सुरत दे अंदर जिहड़ी पहलां पापां दी मैल लगी है वो मिटनी चाहिए है। जदों मिट गई फिर जीवत मरे, मनुख जिउंदा ही मर जाएगा। जिउंदे मरण का अर्थ कोई अंदर कोई वासना नहीं रहेगी, उसके अंदर अहंकार नहीं रहेगा, उसके अंदर कोई तृष्णा नहीं रहेगी। जिउंदे मरण का अर्थ की है? गुरबाणी कहती है, अखी बाजो वेखना विण कन्ना सुनना, जीवे बाजो बोलना विण हत्थां करना। अखां हैन पर अखां दे नहीं मंद दृष्टि नाल नहीं देखना, ਕੰਨ ने ਕੰਨਾਂ ਦੇ ਨਾਲ बुरियां गल्लां नहीं सुननियां, चुगली निंदा नहीं सुननी। ਕੰਨ सुनते ने पर चुगली निंदिया नहीं सुनते। रसना बोलती है पर मंदे बचन नहीं बोलती, किसी का दिल तोड़न वाले बचन नहीं बोलती। पैर माड़े पासे नहीं जाते, हाथ बुरी किरत नहीं करते, किसी का हक नहीं मारते, किसी ते जुल्म नहीं करते। अखां देखदियां ने पर बुरा नहीं देखदियां। यह है, ये जीवित मरण वाली गल है। देखदिया होया भी वो बुरा देखदियां ही नहीं, ਕੰਨ ਸੁਣਦਿਆਂ ਹੋਇਆਂ भी बुरा सुनते नहीं, बोले हो जाते हैं, बुरे पासे तो बोले हो जाते हैं। सतगुरु साहब जी कहते जदों कोई मनुख गुरु के शब्द नूं अपने चेते च वसा के वाहिगुरू जी के प्यार च जुड़दा है, वाहिगुरू जी के रस च लिवलीन हुंदा है, अंदरों वो तृप्त हुंदा है, उहदे करोड़ां जन्मां दे पाप अंदरों मिट जाते हैं। तो फिर की हुंदा है? वो जिउंदा ही मर जाता है। भाव यह है कि उहदे इंद्रे जिहड़े ने बुराइयां वालों हट के रब दे प्यार जुड़ते हैं, तो फिर हर नाम समाहे, वो वाहिगुरू जी के नाम च समा जाता है।
भाई गुरदास जी ने एक गल की, मुर्दा होए गुर गोर समावे। गोर कहते ने मड़ी नूं। मुर्दा ही मड़ी दे विच जिहड़ा है ना वो समा सकता है, जिउंदा बंदा थोड़ा समाया जाएगा। मुर्दा ही मड़ी दे विच समा सकता है। मनुख जदों मुर्दा होएगा उदों ही परमात्मा च समाएगा। मुर्दे दा अर्थ है कि अपने इंद्रियां नूं बुराइयां वालों रोक लेना, मन की मत नूं खत्म कर लेना। भाई गुरदास जी ने कहा सी मुर्दा होए मुरीद ना गलनी होवना। पहला मुर्दे बनना पैंदा है, मरना पैंदा है, जिउंदे मरना पैंदा है। ते सतगुरु जी कहते जदों कोई जिउंदा मर गया फिर वह वाहिगुरु जी विच समा जाएगा, लिवलीन हो जाएगा। जिवें कोई मुर्दा मड़ी दे विच समा जांदा है कबर दे विच। जदों असी मन की मत वालों मर गए, बुरियां गल्लां वालों मर गए, हंकार वालों मर गए, जिहदे प्रथाए सतगुरु जी ने कहा सी पहला मरण कबूल, जीवन की छड़ आस। साडी आस की है कि आपां नूं ओह मिल जाए, आ चस्के मिल जाण, आ स्वाद मान लीए, आ रुतबे मिल जाए। इस जीवन की आस लगाई हुई है। रुतबे मनुख लई ने, रुतबे माड़े नहीं है, इन्हां नूं मानना मनुख का अधिकार है। पर इन्हां रुतबियां की खातर केवल आस चला के बंदा औगण करी जाए, वो दुखां का कारण बन जाते हैं। पर जदों कोई मनुख गुरु के शब्द के राही वाहिगुरु जी नूं अपनी चेता शक्ति विच वसाउंदा है, सिमरती विच वसाउंदा है, उहदे अंदर प्यार पैदा हुंदा है, वह वाहिगुरु जी दे गुण गाउंदा है, उहदे अंदर करोड़ां जन्मां दे पाप मिट जांदे ने। वो फिर जीवंदा ही मर के वाहिगुरु जी दे विच समा जांदा है, अभेद हो जांदा है। ते साहिब जी कहंदे ये जिहड़ा वाहिगुरु जी विच अभेद होण दी दात है ना, ये वाहिगुरु दे हत्थ विच है, ये अपने हत्थ च नहीं है। हर की दात हर जीओ जाणे, ये दात वाहिगुरु जी दे हत्थ विच है। दाती साहिब संधियां क्या चले तिस नाल, एक जागन दे ना लहने एक ना सुतियां दे उठाल। ये वाहिगुरु जानदा है किनू ये दात बख्शिश करनी है। गुर कै शब्द एहो मन मौलिया, हर गुण दाता नाम वखाणे। जिस मनुख दा मन गुरु के शब्द दे राहीं मौल पिया, हरिया हो गया, वाहिगुरु जी दे गुण गाउंदियां गाउंदियां प्रफुल्लित हो गया, ਉਹ ਫਿਰ सदा ही वाहिगुरु जी के नाम ਨੂੰ ਜਪਦਾ ਰਹਿੰਦਾ है, वाहिगुरु जी के नाम ਨਾਲ जुड़िया ਰਹਿੰਦਾ है। रहाओ भगवै वेस भ्रम मुक्त न होए। नाम ਨਾਲ जुड़न का अर्थ है कि असी दुखों तो मुक्त हो जाइए, असी औगुणां बुराइयां तो मुक्त हो जाइए। नाम ਨਾਲ इस करके आपां जुड़ते हैं। तो वेखते हैं दुनिया दे विच लोकी इन्हां दुखों तो मुक्ति प्राप्त करने के लिए बहुत कुछ करते हैं। मुक्ति पहली गल कि बहुती मनुखता नूं ते मुक्ति के अर्थां का ही नहीं पता। बहुते सोचते मरण तो बाद मुक्ति मिलनी है, हुण इधर उधर शरीर नूं कष्ट दे लो, भुखे रह लो, मुक्ति मरण तो बाद मिलेगी। गुरमत ने इहो जी मुक्ति की गल ही नहीं की जिहड़ी मरण तो बाद मिले। जे जीउंदे नहीं मिली तो मरण तो बाद करनी भी की, जो मारी गए फिर की करनी है। गुरबाणी विच सतगुरु जी कहते कि मुक्ति प्राप्त करने के लिए कोई भगवा भेख कर रहा है, कोई तीर्थां ते बैठा है, कोई होर अनेक तरह के शरीर नूं कष्ट दे रहा है, जतन कर रहा है, बहुत कुछ करते हैं। सतगुरु जी कहते हैं भगवे भेस वेस भ्रम मुक्त न होए। कोई भावें भगवे कपड़े पा ले। भ्रम दा अर्थ है कि थां थां ते भटकदा रहे, तीर्थां ते जंगलां बेलियां दे विच थां थां ते ओह फिरदा रहे। पर यह कुछ करन दे नाल मनुख नूं दुखां तो मुक्ति नहीं मिलनी, चिंता तो मुक्ति नहीं मिलनी, विकारां बुराइयां तो मुक्ति नहीं मिलनी। सगों ये कुछ करन दे नाल ते होर ये बंधन वधदे चले जांदे ने, हंकार वधदा चलिया जांदा है। ये जो भी दुख ने ये हंकार करके ने। ते हंकार तो मुक्त होने की लोड़ सब तो पहली है गुरु का शब्द, गुरु का उपदेश। हंकार तो मुक्ति मिलती ही गुरु को आके। गुरु की वडियाई है कि हर नामो मंत्र दड़ाई न कट्टे हों में रोग। गुरु नाम मंत्र दड़ करा के मनुख के अंदरों हंकार के रोग नूं निवृत्त कर दिंदा है। ते सतगुरु जी कहते भगवे वेश भ्रम मुक्त न होए। कोई मनुख भावें भगवे कपड़े पा ले, भेस धारण कर ले, वो अहंकार तो दुखों तो मुक्ति प्राप्त नहीं कर सकता। बहुत संयम शांत न पावै कोई। इत्थे सतगुरु जी ने भगवे कपड़ियां नूं माड़े नहीं कहा, कपड़े कोई जिहड़ा मर्जी पाए,
पर जे कोई कहे कि भगवे कपड़े पा के मैं मुक्ति प्राप्त कर लवांगा, सतगुरु जी कहते कपड़े पाया नहीं मिलती। कपड़ियां का संबंध मुक्ति दे नाल है ही कोई नहीं। मुक्ति का संबंध सुरत दे नाल है। और सतगुरु जी ने किते भी सानू इहो जे कपड़ियां दे बंधन विच नहीं पाया। समय अनुसार, रुत अनुसार, अस्थान अनुसार, काम अनुसार साडे कोई भी कपड़े हो सकते हैं शरीर नूं ढकण दे लई, ठंड तो गर्मी तो बचण दे लई। सतगुरु जी का इतिहास पढ़िए। सतगुरु जी ने भगवे कपड़े पाए, लोड़ पई नीले कपड़े पा ले। जे सतगुरु जी पहाड़ां 'च गए तो चम के कपड़े भी पा ले। जे सतगुरु जी अपने इस सारे धर्म प्रचारक दौरियां तो वेले होए, फिर बाबा आया करतारपुर भेख उदासी सगल उतारा, पैर संसारी कपड़े मंजी पैठ किया अवतारा। फिर सतगुरु जी ने गृहस्थियां वाले कपड़े पा ले। इस सारे त्यागियां वाले सतगुरु जी ने उतार दिते। गुरु साहब जी कहते जे कोई कहे कि कपड़े पाया मुक्ति मिलनी है, भगवे कपड़े पाया भी कोई भरम भटके मुक्त नहीं हो सकता। बहुत संयम शांत न पावे कोई। ते जेकर कोई कहे कि मैं इस तरीके नाल अपने इंद्रियां ते कंट्रोल करांगा, आ परहेज करांगा, तो फिर मैनू शांति मिल जाएगी। सतगुरु जी कहते इदां भी नहीं हो सकता। शांति तो ज्ञान नहीं मिलनी, ज्ञान गुरु के शब्द विचों मिलने। ये तो कदी नहीं ना होया कि कोई बंदा कहे कि मैं खास कपड़े पा ला तो डॉक्टर बन जावांगा, जां कोई कहे मैं इन्ने दिन देखना नहीं है, इन्ने दिन रोटी नहीं खानी है, इन्ने दिन मैं नंगे पैरी फिरना है, इन्ने दिन मैं हाथ इदां धोने, मैं डॉक्टर बन जावांगा। बन जाएगा कोई? उहदे लई ते कोई ज्ञान, कोई प्रोसैस है ना, उहदे राहीं वो डॉक्टर बनेगा ना। जे दुनियावी तौर पर कोई भी असी ज्ञान इदां नहीं लै सकते चुप करके जां कपड़े पा के जां भरम भटके, ते परमात्मा का जां आत्मक ज्ञान जिहड़ा चुप कीतियां कित्थों मिल जाएगा? कि मैं वो नहीं खांदा, मैं इस भांडे च नहीं खांदा, मैं इस तरीके च नहीं खांदा। तुसीं देखदे हैं धर्म की दुनिया, कोई कहंदा जी मैं बर्तनां च नहीं खाना, कोई कहंदा जी मैं तो कच के बर्तन च नहीं खाना, कोई कहंदा मैं स्टील के बर्तन च नहीं खाना। बहुत कुछ करते हैं लोग। हैरानी हुंदी कई वारी ये गल्लां देख के। उवें कई लोग कहणगे जी मैं तां जी ऐस कच के बर्तनां च नहीं खाना, प्लास्टिक के बर्तनां च नहीं खाना। ते कई वारी कोक स्प्राइट जिहड़ी है वो सारी पी जाणगे। वो भी तो स्प्राइट जिहड़ी है वो प्लास्टिक के बर्तनां च ही आउंदी है, वो किहड़ी पिछों सोने के बर्तनां च आउंदी है। वो सारी पी जाणगे। कित्थों बण के आउंदी है? नरोल एक भरम जे खड़े कीते हुए ने खाण पीण पहनण दे नां ते। हाँ वो खाओ जो शरीर लई तंदुरुस्ती का कारण बने। साफ सफाई बहुत जरूरी है, इस पक्ष तो ध्यान रखना तो बहुत चंगी गल है। पर कोई कहे कि मैं इन्हां बर्तनों च नहीं खावांगा, आ कपड़े पावांगा, आ नहीं पावांगा, इदां नहीं बैठांगा, उदां नहीं खावांगा, इदां को रब थोड़ा मिल जाएगा। सतगुरु जी ने सब तो पहला भरम ये कट्टे ने कि चुपे चुप ना होवे, जे लाए रहा लिव तार। जिन्नी मर्जी टिकटकी लगा के को बैठ जाए कि मैं मोनी बनना है, बोलना नहीं, मैनू रब मिल जाएगा। सतगुरु जी कहते हो ही नहीं सकता इदां। ते सतगुरु जी कहते ने कि बहु संयम शांत न पावे कोई। कोई बंदा कहे जी मैं बहुत परहेज करदा हाँ, बड़ी सोच संयम वरतदा हाँ, मैं उत्थे नहीं खांदा, उत्थों नहीं खांदा। कई तो गुरुद्वारे आके लंगर ही नहीं छकणगे, कई होर अगे तरक्की करके वो कड़ाह प्रसाद ही नहीं लेंदे। कड़ाह प्रसाद ही नहीं लैणा आपां किसी दे हत्थ दा। ये पता नहीं किहड़ा मार्ग है। सतगुरु जी कहते इहो जे संयम रखिया मन नूं शांति नहीं मिलती, सगों हंकार आ जाता है। हंकार मिटण दे लई गुरु कोल आउणा है, ते जो गुरु कोल आके इन्हां गल्लां नाल जुड़ के असीं हंकार पैदा कर लिया तो शांति कित्थों आएगी? बहु संयम शांत न पावे कोई। जिन्ना मर्जी सोच संयम बंदा रख ले, तंदुरुस्ती लई रखना बड़ी जरूरी है। पर जेकर कोई के इस सोच संयम दे नाल मैं कोई रब नूं मिल जावांगा, मन नूं शांति मिल जाएगी, नहीं सगों हंकार आएगा, मन की भटकना वधेगी। गुरमत नाम प्राप्त होए। जिथों तक मन की शांति की गल है वो तो मिलनी नाम नाल जुड़िया, ते नाम मिलना है गुरु की मत दे राहीं। गुरु की मत तो बिना नाम प्रगट हो ही नहीं सकता। नाम साडे अंदर ही है भावें, पर सतगुरु सच्चे पातशाह जी कहते ने ये प्रगट गुरु की मत दे रही होना है, क्योंकि साडी मत करके ते अंदर पहला ही कूड़ा करकट बड़ा जमया होया है। अंदर जो भी अज्ञानता करके भरिया पिया है, उन्होंने ज्ञान की बुहारी नाल ही बाहर कड्डांगे आपां।
ਤੇ ਗਿਆਨ ਗੁਰੂ ਦੀ ਮੱਤ ਵਿੱਚੋਂ ਮਿਲਣਾ ਹੈ। ਵਾਰ-ਵਾਰ ਸਤਿਗੁਰੂ ਜੀ ਨੇ ਕਿਹਾ, ਗੁਰ ਕੀ ਮੱਤ ਤੂੰ ਲੈ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਉਹ ਬੰਦਿਆ, ਤੂੰ ਜਿੰਨਾ ਮਰਜੀ ਸਿਆਣਾ ਬਣ ਜੇ, ਵਿਦਵਾਨ ਬਣ ਜੇ, ਗੁਰੂ ਕੀ ਮੱਤ ਗ੍ਰਹਿਣ ਕਰ, ਤੂੰ ਨਿਆਣਾ ਹੀ ਹੈ। ਜੇ ਤੂੰ ਗੁਰੂ ਕੀ ਮੱਤ ਗ੍ਰਹਿਣ ਕਰ ਲੇਗਾ ਤੈਨੂੰ ਨਾਮ ਪ੍ਰਾਪਤ ਹੋ ਜਾਏਗਾ। ਗੁਰਮਤੀ ਨਾਮ ਪ੍ਰਗਟ ਹੋਏ, ਗੁਰੂ ਦੀ ਮੱਤ ਦੇ ਰਾਹੀਂ ਨਾਮ ਜਿਹੜਾ ਅੰਦਰੋਂ ਪ੍ਰਾਪਤ ਹੋਣਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰਮਤੀ ਨਾਉ ਪਾਈ ਹੈ। ਗੁਰੂ ਰਾਮਦਾਸ ਜੀ ਦੇ ਵਚਨ, ਗੁਰੂ ਦੀ ਮੱਤ ਦੇ ਰਾਹੀਂ ਨਾਮ ਪ੍ਰਾਪਤ ਹੁੰਦਾ ਹੈ। ਗੁਰਮਤ ਨਾਮ ਪ੍ਰਾਪਤ ਹੋਏ, ਗੁਰੂ ਕੀ ਮੱਤ ਦੇ ਰਾਹੀਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਵੱਡ ਭਾਗੀ ਹਰ ਪਾਵੈ ਸੋਏ, ਪਰ ਵੱਡੇ ਭਾਗਾਂ ਵਾਲਾ ਕੋ ਬੰਦਾ ਜਿਹੜਾ ਹੈ ਨਾ, ਇਹ ਦਾਤ ਪ੍ਰਾਪਤ ਕਰਦਾ ਨਾਮ ਦੀ। ਨਹੀਂ ਤੇ ਬੰਦਾ ਉਰੇ ਉਰੇ ਹੀ ਰਹਿ ਜਾਂਦਾ। ਇੱਕ ਤੇ ਆਮ ਦੁਨਿਆਵੀ ਲੋਕ ਨੇ, ਚਲੋ ਉਹਨਾਂ ਦੀ ਤੇ ਆਪਣੀ ਜ਼ਿੰਦਗੀ ਹੈ, ਲੇਕਿਨ ਜੋ ਅਸੀਂ ਧਰਮ ਦੀ ਦੁਨੀਆ 'ਚ ਨਜ਼ਰ ਮਾਰਦੇ ਹਾਂ, ਧਰਮ ਦੀ ਦੁਨੀਆ 'ਚ ਵੀ ਹਰ ਕੋਈ ਵੱਡੇ ਭਾਗਾਂ ਵਾਲਾ ਥੋੜ੍ਹਾ ਬਣ ਜਾਂਦਾ। ਮੇਰੇ ਵਰਗੇ ਕੇਵਲ ਤਾਂ ਕੇਵਲ ਰੋਟੀਆਂ ਕਾਰਨ ਪੂਰੇ ਤਾਲ, ਰੋਟੀਆਂ ਦੀ ਖਾਤਰ ਹੀ ਉਹ ਸਭ ਕੁਝ ਕਰ ਰਹੇ ਨੇ। ਪੜ੍ਹਨ ਵਾਲੇ, ਸੁਣਾਉਣ ਵਾਲੇ ਵੀ ਰੋਟੀਆਂ ਤੱਕ ਸੀਮਤ, ਤੇ ਸੁਣਨ ਵਾਲੇ ਵੀ ਰੋਟੀਆਂ ਤੱਕ ਸੀਮਤ ਰਹਿ ਜਾਂਦੇ ਨੇ। ਕਈ ਉਹ ਵੀ ਗੁਰੂ ਦੇ ਕੋਲ ਆ ਕੇ ਕੇਵਲ ਦੁਨੀਆਦਾਰੀ ਤੱਕ ਹੀ ਸੀਮਤ ਰਹਿੰਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਰੀਆਂ ਦਾਤਾਂ ਸਾਨੂੰ ਗੁਰੂ ਨੇ ਹੀ ਦੇਣੀਆਂ ਨੇ, ਪਰ ਨਾਮ ਜਿਹੜਾ ਉਹ ਵਡਭਾਗੀ ਪ੍ਰਾਪਤ ਕਰਦੇ ਨੇ। ਬਹੁਤ ਭਾਗਾਂ ਵਾਲੇ ਉਹ ਪ੍ਰਾਣੀ ਗੁਰੂ ਦੇ ਕੋਲ ਆ ਕੇ ਕਹਿੰਦੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਹੋਰ ਕੁਝ ਮੰਗਦੇ ਹੋ ਤੇ ਦੁੱਖ ਹੀ ਸਹਿਣ ਵਾਲੀ ਗੱਲ ਹੈ। ਮਿਲ ਜਾਏਗਾ ਤੇ ਕੋਈ ਸ਼ੱਕ ਨਹੀਂ ਹੈ, ਜੋ ਮੰਗਾਂਗੇ ਉਹ ਮਿਲ ਜਾਵੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਸਮਰੱਥ ਹੈ, ਹਰ ਚੀਜ਼ ਮਿਲ ਸਕਦੀ ਹੈ ਗੁਰੂ ਦੇ ਦਰ ਤੋਂ। ਪਾਸ਼ੰ ਕ੍ਰੋਧ ਅਗਰਣੀ ਵਿੱਚ ਨਿਰਾਸੰਗ ਆਸ ਪੂਰਨ ਹੈ। ਜਿਹੜੇ ਪਛੜ ਗਏ ਨੇ ਕਿਸੇ ਵੀ ਪੱਖ ਤੋਂ, ਗੁਰੂ ਦਾ ਆਸਰਾ ਲੈਣਗੇ, ਉਹ ਅਗਾਂਹ-ਵਧੂ ਹੋ ਜਾਣਗੇ। ਜਿਹੜੇ ਨਿਰਾਸ਼ ਹੋ ਗਏ ਨੇ ਉਹ ਗੁਰੂ ਦੇ ਦਰ ਤੇ ਆਉਣਗੇ, ਉਹਨਾਂ ਦੀ ਨਿਰਾਸ਼ਤਾ ਮਿਟ ਜਾਏਗੀ, ਉਹਨਾਂ ਦੇ ਅੰਦਰ ਫਿਰ ਜੀਵਨ ਦੀ ਆਸ ਪੈਦਾ ਹੋ ਜਾਏਗੀ, ਪੂਰੀ ਹੋ ਜਾਏਗੀ। ਭਗਤੈ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ। ਜਿਹੜੇ ਭਗਤੀ ਦੀ ਦਾਤ ਮੰਗਣਗੇ ਉਹਨਾਂ ਨੂੰ ਭਗਤੀ ਮਿਲ ਜਾਏਗੀ, ਉਹ ਵਾਹਿਗੁਰੂ ਜੀ ਦੇ ਗੁਣ ਗਾਉਣ ਲੈਣਗੇ। ਨਿਰਤਨ ਭੈ ਤਨਵੰਤਰ ਰੋਗੀ ਰੋਗ ਖੰਡਣੇ। ਨਿਰਧਨ ਜਿਹੜੇ ਨੇ ਉਹ ਧਨਵਾਨ ਹੋ ਜਾਂਦੇ ਨੇ ਗੁਰੂ ਦਾ ਆਸਰਾ ਲਿਆ, ਗੁਰੂ ਦੇ ਮਾਰਗ ਤੇ ਚੱਲ ਕੇ। ਰੋਗੀਆਂ ਦੇ ਰੋਗ ਵੀ ਮਿਟ ਜਾਂਦੇ ਨੇ ਜੇ ਗੁਰੂ ਦੀ ਮੱਤ ਗ੍ਰਹਿਣ ਕਰੀਏ। ਰੋਗ ਕਦੋਂ ਮਿਟਣੇ ਨੇ? ਦੇਖੋ, ਗੁਰੂ ਸਾਨੂੰ ਇੱਕ ਜਿਉਣ ਦੀ ਜਾਂਚ ਦੱਸਦਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਕੇਵਲ ਰੂਹਾਨੀਅਤ ਤੱਕ ਹੀ ਸੀਮਤ ਨਹੀਂ ਹੈ, ਜਾਂ ਅਧਿਆਤਮਿਕ ਜੀਵਨ ਤੱਕ ਹੀ ਸੀਮਤ ਨਹੀਂ ਹੈ। ਅਸੀਂ ਸਰੀਰਕ ਤੌਰ ਤੇ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ? ਅਸੀਂ ਇੱਕ ਵਧੀਆ ਸਮਾਜ ਕਿਵੇਂ ਸਿਰ ਸਕਦੇ ਹਾਂ? ਅਸੀਂ ਆਰਥਿਕ ਤੌਰ ਤੇ ਖੁਸ਼ਹਾਲ ਕਿਵੇਂ ਰਹਿ ਸਕਦੇ ਹਾਂ? ਅਸੀਂ ਇੱਕ ਵਧੀਆ ਰਾਜਨੀਤਿਕ ਮਾਹੌਲ ਕਿਵੇਂ ਪੈਦਾ ਕਰ ਸਕਦੇ ਹਾਂ? ਅਸੀਂ ਇੱਕ ਵਧੀਆ ਪਰਿਵਾਰ ਕਿਵੇਂ ਬਣਾ ਸਕਦੇ ਹਾਂ? ਅਸੀਂ ਇੱਕ ਵਧੀਆ ਪਿਤਾ ਕਿਵੇਂ ਬਣ ਸਕਦੇ ਹਾਂ? ਪਤੀ ਕਿਵੇਂ ਬਣ ਸਕਦੇ ਹਾਂ? ਪਤਨੀ ਕਿਵੇਂ ਬਣ ਸਕਦੇ ਹਾਂ? ਪੁੱਤਰ ਕਿਵੇਂ ਬਣ ਸਕਦੇ ਹਾਂ? ਇਹ ਹਰ ਪਾਸੇ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਦਿੱਤਾ ਹੈ। ਗੁਰਬਾਣੀ ਕੱਲੀ ਰੂਹਾਨੀਅਤ ਦੀ ਗੱਲ ਹੀ ਨਹੀਂ ਹੈ, ਸਰੀਰਕ ਤੌਰ ਤੇ ਰੋਗਾਂ ਤੋਂ ਮੁਕਤ ਕਿਵੇਂ ਹੋਣਾ ਉਹ ਵੀ ਸਾਨੂੰ ਸੇਧ ਦਿੰਦੀ ਹੈ। ਦੇਖੋ, ਗੁਰੂ ਕੇ ਕਿੰਨੇ ਕਿੰਨੇ ਮਹਾਨ ਇਹ ਬਚਨ ਨੇ। ਕੋਈ ਡਾਕਟਰ ਸਾਨੂੰ ਕਹੇ ਨਾ ਕਿ ਤੁਸੀਂ ਚਿੰਤਾ ਨਾ ਕਰਿਆ ਕਰੋ, ਬਹੁਤੀ ਨਜ਼ਰ ਨਾ ਲਗਾਇਆ ਕਰੋ, ਆਹ ਚੀਜ਼ਾਂ ਨਾ ਖਾਇਆ ਕਰੋ, ਤੇ ਅਸੀਂ ਝੱਟ ਯਕੀਨ ਕਰਦੇ, ਉਹਨੂੰ ਫੀਸ ਦਿੱਤੀ ਹੁੰਦੀ ਹੈ ਨਾ, ਉਹਦੇ ਕਹੇ ਤੇ ਚੱਲਦੇ ਠੀਕ ਹੋ ਜਾਂਦੇ ਆ। ਪਰ ਜਦੋਂ ਸਤਿਗੁਰੂ ਕਹਿੰਦਾ ਕਿ ਜ਼ਿੰਦਗੀ 'ਚ ਪਈ ਮਾੜੀਆਂ ਚੀਜ਼ਾਂ ਖਾਓ ਹੀ ਨਾ, ਜਿਹਦੇ ਨੇ ਤੁਹਾਡੇ ਅੰਦਰ ਪੀੜਾ ਪੈਦਾ ਹੋਏ, ਰੋਗੀ ਹੋਵੇ, ਮਾਨਸਿਕ ਤੌਰ ਤੇ ਤੁਸੀਂ ਰੋਗੀ ਹੋ, ਨਾ ਚੀਜ਼ਾਂ ਖਾਓ। ਬਹੁਤੇ ਰੋਗ ਸਾਡੀ ਜ਼ਿੰਦਗੀ 'ਚ ਖਾਣ ਪੀਣ ਤੋਂ ਤੇ ਸੋਚਣ ਤੋਂ ਹੀ ਪੈਦਾ ਹੋਏ ਨੇ। ਜਿੰਨੇ ਵੀ ਰੋਗ ਪੈਦਾ ਹੁੰਦੇ ਨੇ ਉਹਨਾਂ ਦਾ ਬੇਸ ਹੈ ਖਾਣਾ ਪੀਣਾ ਤੇ ਸੋਚਣਾ, ਵਿਚਾਰ ਸਾਡੀ। ਤੇ ਸਤਿਗੁਰੂ ਜੀ ਨੇ ਇਹੀ ਕੁਝ ਬਦਲਣ ਦੇ ਲਈ ਸਾਨੂੰ ਕਿਹਾ, ਬੁਰੇ ਦਾ ਭਰਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ। ਮਨ ਦੇ ਅੰਦਰ ਬੁਰਾ ਨਾ ਕਰ, ਕਿਸੇ ਦਾ ਬੁਰਾ ਨਾ ਸੋਚ, ਤੂੰ ਕਿਸੇ ਦੇ ਪ੍ਰਤੀ ਬੁਰਾ ਖਿਆਲ ਲਿਆ ਨਾ, ਤੈਨੂੰ ਰੋਗ ਨਹੀਂ ਲੱਗੇਗਾ। ਇਹ ਬੜਾ ਤਗੜਾ ਖਿਆਲ ਹੈ, ਬੀਜ ਹੈ ਹਰ ਚੀਜ਼ ਦਾ। ਜਦੋਂ ਤੁਹਾਡੇ ਵਿਚਾਰ 'ਚ ਕਿਸੇ ਦੇ ਪ੍ਰਤੀ ਵੈਰ ਨਹੀਂ ਹੋਏਗਾ, ਕਿਸੇ ਦੇ ਪ੍ਰਤੀ ਬੁਰਾ ਨਹੀਂ ਹੋਏਗਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀਏ, ਕੋਈ ਚਿੰਤਾ ਨਹੀਂ ਹੋਏਗੀ, ਤੇ ਸਰੀਰ 'ਚ ਰੋਗ ਕਿੱਥੋਂ ਆ ਜਾਣਗੇ? ਕੋਈ ਵੀ ਰੋਗ ਜਿਹੜਾ ਹੈ ਉਹਦਾ ਬੀਜ ਪਹਿਲਾਂ ਸਾਡੀ ਸੁਰਤ ਵਿੱਚ ਪੈਦਾ ਹੁੰਦਾ। ਜਿਵੇਂ ਬੀਜ ਧਰਤੀ 'ਚ ਨਹੀਂ ਹੁੰਦਾ, ਦਰਖਤ ਤੇ ਬਾਅਦ ਵਿੱਚ ਬਣਦਾ, ਉਹ ਬਹੁਤ ਚਿਰ ਪਹਿਲਾਂ ਧਰਤੀ 'ਚ ਦੱਬਿਆ ਹੁੰਦਾ।
ਸਾਡੇ ਸਰੀਰ ਤੇ ਕੋਈ ਵੀ ਰੋਗ ਪੈਦਾ ਹੁੰਦੇ ਨੇ, ਪਹਿਲਾਂ ਉਹਦਾ ਬੀਜ ਸਾਡੀ ਸੁਰਤ ਵਿੱਚ ਹੁੰਦਾ ਹੈ, ਉਦੋਂ ਬਾਅਦ ਉਹ ਬੂਟਾ ਬਣਦਾ ਸਾਨੂੰ ਨਜ਼ਰ ਆਉਂਦਾ, ਪਹਿਲਾਂ ਪਤਾ ਹੀ ਨਹੀਂ ਲੱਗਦਾ। ਕੋਈ ਚਿੰਤਾ, ਵੱਡੇ ਵੱਡੇ ਰੋਗਾਂ ਦੀ ਜਦੋਂ ਤਹਿ 'ਚ ਜਾਓਗੇ, ਡਾਕਟਰ ਕਹਿ ਦੇਣਗੇ ਕਿ ਤੁਸੀਂ ਸਟ੍ਰੈਸ ਬਹੁਤ ਲੈਂਦੇ ਹੋ, ਚਿੰਤਾ ਬੜੀ ਕਰਦੇ ਹੋ, ਸੋਚਦੇ ਬੜੇ ਹੋ। ਤੇ ਗੁਰਬਾਣੀ ਤੇ ਪਹਿਲਾਂ ਹੀ ਗੱਲ ਕਹਿੰਦੀ, ਜੇ ਤੁਸੀਂ ਤੰਦਰੁਸਤ ਰਹਿਣਾ ਹੈ ਤੇ ਆਪਣੀ ਵਿਚਾਰ ਵਧੀਆ ਰੱਖੋ। ਵਿਚਾਰ ਵਧੀਆ ਰੱਖਣ ਦਾ, ਹਰ ਵੇਲੇ ਖਿੜੇ ਰਹਿਣ ਦਾ ਇੱਕੋ ਇੱਕ ਤਰੀਕਾ ਹੈ, ਪ੍ਰਮਾਤਮਾ ਦਾ ਧੰਨਵਾਦ ਕਰੋ। ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਹੈ ਉਹ ਬੇਅੰਤ ਹੈ, ਉਹ ਅਮੋਲ ਹੈ, ਕਿਸੇ ਮਨੁੱਖ ਨੂੰ ਘਟ ਨਹੀਂ ਦਿੱਤਾ। ਜੇ ਸਾਨੂੰ ਧੰਨਵਾਦ ਕਰਨ ਦੀ ਕਲਾ ਆ ਜਾਏ ਤੇ ਅਸੀਂ ਆਪਣੇ ਆਪ ਹੀ ਖੁਸ਼ਹਾਲ ਹੋਣੇ ਸ਼ੁਰੂ ਹੋ ਜਾਵਾਂਗੇ, ਸਾਡਾ ਮਨ ਆਪਣੇ ਆਪ ਹੀ ਪ੍ਰਫੁੱਲਿਤ ਹੋਣਾ ਸ਼ੁਰੂ ਹੋ ਜਾਏਗਾ। ਪਰ ਸਾਡਾ ਇੱਕ ਸੁਭਾਅ ਹੈ ਕਿ 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੇ। ਬਹੁਤ ਕੁਝ ਸਾਨੂੰ ਮਿਲਿਆ, ਉਹ ਸਾਨੂੰ ਭੁੱਲ ਜਾਂਦਾ ਹੈ। ਜੋ ਅਸੀਂ ਚਾਹੁੰਦੇ ਹਾਂ, ਜਦੋਂ ਅਸੀਂ ਚਾਹੁੰਦੇ ਹਾਂ, ਜਿੰਨਾ ਅਸੀਂ ਚਾਹੁੰਦੇ ਹਾਂ, ਜਿਸ ਤਰ੍ਹਾਂ ਅਸੀਂ ਚਾਹੁੰਦੇ ਨਾ ਹੋਏ ਤੇ ਅਸੀਂ ਰੱਬ ਨੂੰ ਗਿਲੇ ਕਰਨੇ ਸ਼ੁਰੂ ਕਰ ਦਿੰਦੇ ਹਾਂ। ਦੁੱਖ ਦਾ ਮੁੱਢ ਕੀ ਹੈ? ਦੁੱਖ ਸ਼ੁਰੂ ਕਿੱਥੋਂ ਹੁੰਦਾ? ਦੁੱਖ ਇਹ ਹੈ ਕਿ ਜੋ ਅਸੀਂ ਚਾਹੁੰਦੇ ਹਾਂ, ਜਿੰਨਾ ਅਸੀਂ ਚਾਹੁੰਦੇ ਹਾਂ, ਜਿੱਦਾਂ ਅਸੀਂ ਚਾਹੁੰਦੇ ਹਾਂ, ਉਹ ਉਦਾਂ ਹੋ ਜਾਏ ਤੇ ਅਸੀਂ ਖੁਸ਼, ਨਾ ਹੋਏ ਤੇ ਬੜੇ ਪਰੇਸ਼ਾਨ। ਹਾਲਾਂਕਿ ਕਮੀ ਨਹੀਂ ਕੋਈ, ਵਧੀਆ ਘਰ ਨੇ, ਵਧੀਆ ਕਾਰੋਬਾਰ ਨੇ, ਵਾਹਿਗੁਰੂ ਜੀ ਨੇ ਵਧੀਆ ਜ਼ਿੰਦਗੀ ਦਿੱਤੀ ਹੈ, ਪਰਿਵਾਰ ਨੇ, ਤੇ ਅਸੀਂ ਦੁਖੀ ਕਦੋਂ ਹੋ ਗਏ ਕਿ ਅਸੀਂ ਇਹ ਕੁਝ ਚਾਹੁੰਦੇ ਹੋਇਆ ਹੀ ਨਹੀਂ ਹੈ, ਫਲਾਣੇ ਦਾ ਹੋ ਗਿਆ ਸਾਡਾ ਨਹੀਂ ਹੋਇਆ। ਬਸ ਦੁੱਖ ਦੀ ਗੱਲ ਇੱਥੋਂ ਸ਼ੁਰੂ ਹੋ ਗਈ। ਤੇ ਜੇ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਹੈ, ਅਸੀਂ ਹੋਏ ਵਾਹਿਗੁਰੂ ਦਾ ਧੰਨਵਾਦ ਕਰੀਏ ਕਿ ਵਾਹਿਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰ ਹੈ, ਇੰਨੇ ਸੋਹਣੇ ਘਰਾਂ ਦੇ ਵਿੱਚ ਰਹਿਣ ਦੇ ਯੋਗ ਸਮਝਿਆ ਸਾਨੂੰ, ਘਰ ਦਿੱਤੇ ਨੇ, ਇੰਨੇ ਵਧੀਆ ਕਾਰੋਬਾਰ ਦਿੱਤੇ ਨੇ, ਲੱਖਾਂ ਲੋਕ ਕਾਰੋਬਾਰ ਤੋਂ ਬਿਨਾਂ ਹੀ ਤੁਰੇ ਫਿਰਦੇ ਨੇ, ਰੋਟੀ ਪਾਣੀ ਸਾਨੂੰ ਘਰ 'ਚ 2 ਟਾਈਮ ਵਧੀਆ ਮਿਲ ਰਿਹਾ ਹੈ, ਇੰਨਾ ਸੋਹਣਾ ਪਰਿਵਾਰ ਦਿੱਤਾ ਹੈ, ਇੰਨੇ ਸੋਹਣੇ ਸ਼ਹਿਰ 'ਚ ਰਹਿੰਦੇ ਆ, ਬਸ ਖੁਸ਼ਹਾਲੀ ਸ਼ੁਰੂ ਹੋ ਜਾਏਗੀ। ਇਹ ਤੇ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਖੁਸ਼ ਰਹਿਣਾ ਹੈ ਕਿ ਤੁਸੀਂ ਦੁਖੀ ਰਹਿਣਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਗੁਰਮਤਿ ਨਾਮ ਪ੍ਰਾਪਤ ਹੋਏ, ਵਡਭਾਗੀ ਹਰ ਪਾਵੇ ਸੋਏ। ਨਾਮ ਗੁਰੂ ਦੀ ਮਾਤਰਾ ਹੀ ਮਿਲਦਾ ਹੈ, ਪਰ ਵੱਡੇ ਭਾਗਾਂ ਵਾਲੇ ਪ੍ਰਾਪਤ ਕਰਦੇ ਨੇ। ਗੁਰੂ ਕੋਲ ਆ ਕੇ ਵੀ ਕੁਝ ਲੋਕ ਦੁਨੀਆ ਤੱਕ ਹੀ ਸੀਮਿਤ ਰਹਿ ਜਾਂਦੇ, ਸੰਸਾਰ ਤੱਕ ਸੀਮਿਤ ਰਹਿ ਜਾਂਦੇ ਨੇ। ਗੁਰੂ ਕੋਲ ਆ ਕੇ ਵੀ ਅਸੀਂ ਕਈ ਵਾਰੀ ਜੰਜਾਲ ਹੀ ਖਰੀਦਦੇ ਹਾਂ, ਬੰਧਨ ਹੀ ਖਰੀਦਦੇ, ਇਹਦੋਂ ਵੱਧ ਨਹੀਂ ਖਰੀਦ ਸਕਦੇ। ਬੰਧਨ, ਗੁਰੂ ਕੋਲ ਆ ਕੇ ਬੰਧਨ ਟੁੱਟਣੇ ਸੀ। ਗੁਰੂ ਦਾ ਬਿਰਧ ਹੈ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਲੇਕਿਨ ਗੁਰੂ ਕੋਲ ਆ ਕੇ ਅਸੀਂ ਬੰਧਨ ਨਹੀਂ ਕੱਟਣ ਦਿੰਦੇ ਗੁਰੂ ਨੂੰ, ਅਸੀਂ ਹੋਰ ਬੰਧਨ ਮੰਗਦੇ ਹਾਂ, ਖਰੀਦਦੇ ਹਾਂ। ਦੇਖੋ, ਜੇ ਗੁਰੂ ਪ੍ਰਸੰਨ ਹੋ ਗਿਆ ਕਿ ਸਾਡੇ ਕਾਰੋਬਾਰਾਂ ਦੀ ਸਫਲਤਾ ਨਹੀਂ ਹੋਏਗੀ, ਜੇ ਗੁਰੂ ਪ੍ਰਸੰਨ ਹੋ ਗਿਆ ਕਿ ਸਾਡੀ ਜ਼ਿੰਦਗੀ 'ਚ ਉਹ ਕੁਝ ਨਹੀਂ ਮਿਲੇਗਾ ਜੋ ਅਸੀਂ ਚਾਹੁੰਦੇ ਹਾਂ, ਸਾਨੂੰ ਤੇ ਸਭ ਕੁਝ ਮਿਲੇਗਾ। ਗੁਰਬਾਣੀ ਕਹਿੰਦੀ ਜੋ ਚਾਹੋ ਮਿਲ ਸਕਦਾ ਹੈ। ਗੁਰੂ ਜਿਹੜਾ ਹਰ ਚੀਜ਼ ਦਾ ਦਾਤਾ ਹੈ, ਜਿੱਥੇ ਸਤਿਗੁਰੂ ਜੀ ਨੇ ਕਿਹਾ ਕਿ ਭਗਤੈ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾਤਾਰੈ, ਨਾਨਕ ਗੁਰ ਸੇਵਾ ਕੇ ਨਾ ਲੱਭੇ। ਅਤੇ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭਦਾ? ਭਾਵ ਸਭ ਕੁਝ ਮਿਲ ਜਾਂਦਾ ਹੈ, ਜੋ ਚਾਹੋਗੇ ਮਿਲ ਜਾਏਗਾ। ਸਤਿਗੁਰੂ ਦਾਤਾ ਸਭ ਨਾ ਵਥੂ ਕਾ, ਗੁਰੂ ਹਰ ਚੀਜ਼ ਦਾ ਦਾਤਾ ਹੈ, ਪਰ ਗੁਰੂ ਕੋਲ ਆ ਕੇ ਇਹ ਦਾਤ ਭਾਗਾਂ ਵਾਲੇ ਪ੍ਰਾਪਤ ਕਰਦੇ ਨੇ। ਸਾਹਿਬ ਜੀ ਕਹਿੰਦੇ ਕੱਲ ਮੈਂ ਹੈ ਰਾਮ ਨਾਮ ਵਡਿਆਈ। ਗੁਰੂ ਕੋਲ ਆ ਕੇ ਅਸੀਂ ਜੋ ਮਰਜ਼ੀ ਮੰਗ ਲਈਏ, ਸਾਡਾ ਅਧਿਕਾਰ ਹੈ ਤੇ ਗੁਰੂ ਬਖਸ਼ਿਸ਼ ਵੀ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਗੱਲ ਚੇਤੇ ਰੱਖਿਓ, ਕੱਲ ਮੈਂ, ਇਹ ਜਿਹੜਾ ਕੱਲ ਕਲੇਸ਼ ਦੇ ਨਾਲ ਭਰਿਆ ਹੋਇਆ ਸੰਸਾਰ ਹੈ, ਕੱਲ ਦਾ ਅਰਥ ਇੱਥੇ ਕੋਈ ਟਾਈਮ ਨਹੀਂ ਹੈ ਕਿ ਇੰਨੇ ਤੋਂ ਇੰਨੇ ਪੀਰੀਅਡ ਤੱਕ ਉਹ ਕਲਯੁਗ ਹੈ ਤੇ ਇੰਨੇ ਤੋਂ ਇੰਨੇ ਪੀਰੀਅਡ ਤੱਕ ਸਤਯੁਗ ਹੈ। ਕੱਲ ਦਾ ਅਰਥ ਕਿ ਜਿਹੜਾ ਕੱਲ ਕਲੇਸ਼ ਨਾਲ ਭਰਿਆ ਹੋਇਆ ਸੰਸਾਰ ਹੈ, ਜਗਤ ਹੈ, ਇਸ ਕੱਲ ਦੇ ਅੰਦਰ ਰਾਮ ਨਾਮ ਵਡਿਆਈ। ਇੱਥੇ ਤੇ ਵਡਿਆਈ ਵਾਹਿਗੁਰੂ ਜੀ ਦੇ ਨਾਮ ਦੀ ਹੈ। ਜਿਹੜਾ ਨਾਮ ਨਾਲ ਜੁੜੇਗਾ ਉਹ ਸੁਖੀ ਹੋ ਜਾਏਗਾ ਇਸ ਜਗਤ ਵਿੱਚ, ਜ਼ਿੰਦਗੀ ਦੇ ਅੰਦਰ। ਕੱਲ ਕਲੇਸ਼ ਦੇ ਅੰਦਰ ਜੇ ਸੁੱਖ ਮੰਨਣਾ ਹੈ ਤੇ ਇੱਥੇ ਵਡਿਆਈ ਨਾਮ ਦੀ ਹੈ। ਇਵੇਂ ਕਹਿ ਲਓ ਕਿ ਹਨੇਰੇ ਤੋਂ ਮੁਕਤ ਹੋਣਾ ਹੈ ਤੇ ਇੱਥੇ ਚਾਨਣ ਦੀ ਲੋੜ ਹੈ। ਹਨੇਰਾ ਭਾਵੇਂ ਕਿਸੇ ਵੀ ਦਿਨ ਹੋਏ, ਕਿਸੇ ਵੀ ਮਹੀਨੇ ਹੋਏ, ਕਿਸੇ ਵੀ ਟਾਈਮ 'ਚ ਹੋਏ, ਕਿਸੇ ਵੀ ਮੁਲਕ 'ਚ ਹੋਏ, ਹਨੇਰੇ ਨੂੰ ਭਜਾਉਣ ਦਾ ਇੱਕੋ ਹੀ ਇੱਕ ਤਰੀਕਾ ਹੈ, ਚਾਨਣ। ਬਿਲਕੁਲ ਇਸ ਤਰ੍ਹਾਂ ਮਨੁੱਖ ਜ਼ਿੰਦਗੀ ਦੇ ਕਿਸੇ ਵੀ ਪੀਰੀਅਡ 'ਚ ਹੋਏ, ਕਿਸੇ ਵੀ ਟਾਈਮ 'ਚ ਹੋਏ, ਕਿਸੇ ਵੀ ਥਾਂ ਤੇ ਹੋਵੇ, ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦਾ ਨਾਮ। ਕੱਲ ਮੈਂ ਦਾ ਅਰਥ ਹੈ ਕਿ ਇੱਕ ਕੱਲ ਕਲੇਸ਼ ਭਰੀ ਜ਼ਿੰਦਗੀ 'ਚ ਸੰਸਾਰ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਵਡਿਆਈ ਮਿਲਣੀ ਹੈ, ਦੁੱਖਾਂ ਤੋਂ ਮੁਕਤੀ ਮਿਲਣੀ ਹੈ। ਗੁਰ ਪੂਰੇ ਤੇ ਪਾਇਆ ਜਾਈ,
पर यह नाम मिलता है पूरे गुरु पासों है। पूरे गुरु की गल की सतगुरु जी ने, जिथे नाम की गल की है उत्थे पूरा गुरु उचेचे तौर पर किया है। क्योंकि अधूरे बड़े तुरे फिरते ने कन्ना च फूका मारन वाले, कि उदा ही माला फड़ा के कहणगे मैं तेरा गुरु बन गया, बदोबदी फड़ा के कहणगे मैं तेरा गुरु बन गया, कंन च फूक मार देणगे। इदां बदोबदी गुरु नहीं बनया जाता, ते ना किसी नूं बदोबदी अपने चेले बनाया जाता। जिन्ना चिर मन ही नहीं मनदा उन्ना चिर तुसीं किवें किसी नूं अपने मगर लगा लोगे। सतगुरु जी कहते हैं कि पूरे गुरु पासों नाम की दात मिलती है। पूरा गुरु है जिहड़ा तुहाडे अंदरों अहंकार नूं कट देवे। पूरा गुरु है जिहड़ा तुहाडी सुरत विच वाहिगुरू जी के नाम नूं दृढ़ करा देवे। पूरा गुरु वो है जिहड़ा तुहाडी जिंदगी अंदरों अवगण कट देवे। पूरा गुरु ते वो है। इस करके सतगुरु जी कहते ने पूरे गुर ते पाया जाई। भाई ये नाम की दात जिहड़ी है ये पूरे गुरु पासों मिलती है, वडभागियां नूं मिलती है। ते नाम रते सदा सुख पाई, जिहड़े नाम विच रंगे गए, रते गए, लिवलीन हो गए, जुड़ गए। सतगुरु जी कहते उन्होंने सदा सुख मिलता है, वो कभी दुखी होंगे नहीं। दुनिया के सारे पदार्थ होण मनुख कभी सदा सुखी नहीं हो सकता। अज सुख है कल नूं नहीं रहेगा। धन बहुत है, धन अज सानू सुखदाई लगता है, पर कोई समा हुंदा धन हुंदियां भी असीं सुखी नहीं रहिंदे। परिवार है बहुत वड्डा, वाहिगुरू मेहर करे होना चाहिए, पर कई बारी वड्डा परिवार हुंदियां होइयां भी असीं परेशान रहिंदे आ। घर है, कारोबार है, रुतबा है, रुतबे दे बैठे भी आपां कई बारी बड़े दुखी रहिंदे आ। दुनिया की कोई भी चीज़ तुहानूं सदीवीं सुख दे ही नहीं सकती, सारे सुख दे ही नहीं सकती। इस करके सतगुरु जी ने कहा सी हर को नाम सदा सुखदाई, जां को सिमर अजामल उदरियो गन कहूँगा तपाई। वाहिगुरू जी का नाम ही सदा सुख देने वाला है, सदा आनंद देने वाला है। इस करके सतगुरु जी कहते ने कि नाम रते सदा सुख पाई, जिहड़े नाम विच रंगे गए, जुड़ गए, लिवलीन हो गए, ओत-पोत हो गए वाहिगुरू जी के नाम विच। जिन्हां दी जिंदगी का आधार ही वाहिगुरू जी का नाम बन गया, वो सदा सुखी रहिंदे ने, हर थां ते सुखी रहिंदे ने। जै जाइए तहां सुहेले, वो जिथे भी चले जान। सुख तुहाडे मन की एक अवस्था है। जदों तुहाडी वो अवस्था बन गई, बाहरी तौर पर जो मर्जी हुंदा रहे वो तुहानूं दुखी नहीं करेगा। बाहर का स्टेटस बदलता रहे, पदार्थ आउंदे जांदे रहन, तुसीं किस थां ते बैठे हो ये गल मायने नहीं रखदी। तुहाडी सुरत वाहिगुरू जी दे प्यार जुड़ी होनी चाहिए है। जिन्हां दी जुड़ गई वो ते तत्तियां तवियां ते बैठे भी आनंद मान रहे ने, वो ते कतलगाह च बैठे भी आनंद मान रहे ने, परमात्मा के गुण गायन कर रहे हैं। आरा चल रहा वो परमात्मा की सिफत सलाह कर रहे हैं। वाहिगुरू जी ने सानू सब कुछ दिता है, पर सब कुछ हुंदियां भी असीं फिर परेशान रहने हैं। गुरु नानक साहब जी का प्यारा सिख भाई मनसुख लाहौर का रहने वाला एक व्यापारी है, चंगा शाहूकार है। गुरु की मत ग्रहण की इन्हें सुल्तानपुर आके गुरु की मत ग्रहण करके चले गया अपने कारोबार से, क्योंकि कारोबार तो तोड़ना तो गुरु का मकसद ही किते नहीं है। किरत करने की सतगुरु जी ने प्रेरणा की है। किरती बंदा बहुता प्रचार कर सकता है, बहुता। तुसी कहोगे किवें? देखो गुरुद्वारे ते किसी ने आना तो सुनना ही है, वो भी कुछ सुने ना सुने, को बदोबदी तो नहीं सुनाया जा सकता। किरती बंदे को 2 4 5 7 वर्कर काम करते हैं, तुसी उहदे नाल वधिया विहार करोगे, तुसी उहनूं चंगी गल कहोगे, खुश होएगा, तुहाडी गल मन्नेगा। तुसी अपने काम करते किन्ने लोगों नूं गुरु की गल दृढ़ करा सकते हो। बहुत सारे इहो जिहे प्राणी ने जिहड़े किरत करदे ही लोगों नूं रब नाल जोड़ी जांदे ने, किरत करदे लोगों दीयां दुआवां लई जांदे ने। ते बहुत सारे इहो जिहड़े धर्म स्थानां ते बैठ के भी लोगों का प्यार नहीं लै सकते, बहुत सारे इहो जिहे ने। किरत करदे आ जदों तुसी अपनी किरत ईमानदारी नाल करोगे, जदों तुसी अपने वर्करां नूं प्यार करोगे, उन्हां दे दुख सुख विच भाई वाल बनोगे, तो वो अपने आप ही तुहाडे मगर लग पैणगे, जो कहोगे वो करनगे। इस करके सतगुरु जी ने किरत करने लई कहा। सिख किरत करदे अपने चक्कर च संगला दी पहुंच गए। एक दिन आया जिदन उस इलाके दे लोग वर्त रखते ने, रोटी नहीं खाधी, कानूनन तौर पर वर्त रखते सन। तो भाई साहब जी ने लंगर पानी तैयार किया, आवाज दे आजो जिन्हें भी छकना है, गुरु का लंगर तैयार है। सुन गिन वालियां ने राजे ने रिपोर्ट दी कि धर्म कानून की उलंघना किसी पंजाबी ने कर दी है। राजे ने चुक के उन्होंने अंदर सुट दिता। राजे सुनते घट ही ने,
कैद कोठड़ी च पाता। कोई बहुत वड्डा रजवाड़ा नहीं सी, छोटा जिहा होएगा। कैद कोठड़ी दे नेड़े राजे दा महल है। रात आई, राजे नूं पता लगा कि बाहरों को हमलावर आउण वाला है तगड़ा। राजे नूं चिंता च नींद नहीं आउंदी। राजे नूं सौण लई बड़े साधन, संगीत वज रहा है, नाच गान हो रहा है, होर बहुत कुछ हो रहा है। राजे नूं नींद नहीं आ रही। सवाउण वाले तां सौ गए, राजा फिर भी बेचैन तड़फ रहा है। अद्धी को रात जो टप्पी है, राजे दे कन्नी बड़ी प्यारी प्यारी आवाज़ पई है। राजा पहरेदार नूं पुछदा आवाज़ कित्थों आ रही है? कहंदा साहब वो कैद कोठड़ी चों, जिथे एक अजनबी जिहा बंद कीता है। कैद कोठड़ी च बंदा इन्ने चाच गा रहा है। मैं राजा फुल्लां दीयां सेजां ते गीत संगीत, किन्ने सेवादार मेरी सेवा च, मैं इन्ना बेचैन, वो इन्ना आनंद च गा रहा है। गाया हमेशा आनंद च ही जांदा है, वैराग च ही जांदा है। कहंदे ने जिस वेले दिन चढ़िया, राजे ने बुला लिया। भाई मनसुख नूं पुछदा तू कैदी, मैं राजा, तू ठंडे फर्श ते पिया, मच्छर तेनू कट्टण दे लई, तेरे को कोई वधिया कपड़ा नहीं है, मेरे को फुलां दीयां सेजां, अतर फलेल है, सब कुछ है, मैं दुखी, तू इन्ना आनंद च क्यों? भाई मनसुख ने इक्को गल की, तेरे कोल तन दे सुख बहुत ने, मन दा सुख नहीं। मैनू मेरे कोल मन दा सुख है। मन नूं सुख मिल गया तो तन जिथे मर्जी पिया रहे। तन नूं ते कोई फर्क नहीं पैंदा, तन नूं वढ दिओ टुक दिओ, कोई फर्क नहीं। जो कदे जो मन निकल जाता विचों, असी शरीर नूं साड़दे आ, शरीर ते तड़फदा नहीं है, उन्हें वढ दिओ तड़फदा ही नहीं है। उहदे चों महसूस करने वाली चीज निकल गई। इस करके जो तुहाडा मन ही परमात्मा च जुड़ गया, लिवलीन हो गया, फिर तन नूं ते कोई असर नहीं है, ठंड दा गर्मी दा उत्ते ते कोई प्रभाव नहीं पैंदा। इस करके भाई मनसुख कहणगे तेरे कोल तन दे सुख ने, मैनू मेरे गुरु ने मन दा सुख दे दिता है, ते हुण मैं जिथे रहिंदा हां सुखी ही रहिंदा हां, जो मर्जी हालात बनते जाण। सतगुरु साहिब जी कहंदे नाम रते सदा सुख पाई, जिहड़े नाम विच रंगे गए जुड़ गए वो ते सदा सुख माणदे ने। ते सानू भी सतगुरु जी ने एक प्रेरणा की, जो सुख को चाहे सदा शरण राम की ले। भाई जे तू सदा सुख चाहुंदा है, सारे सुख चाहुंदा है, फिर वाहिगुरु जी की चरण शरण च आ जा। वाहिगुरु जी की शरण का आसरा अर्थ यह है कि वाहिगुरु जी की रजा च विचरना, वाहिगुरु जी के प्यार च रहना, वाहिगुरु जी के शुकराने च रहना। साहब जी कहते जेडे वाहिगुरु जी के प्यार च रहिंदे ने वो सदा सुख विच रहिंदे ने। बिन नामै हਉ मैं जल जाय, पर जेडे नाम नाल नहीं जुड़ते, जिथे नाम नहीं होएगा उत्थे हंकार होएगा, जिथे नाम नहीं होएगा उत्थे हंकार होएगा। कुछ ना कुछ तो अंदर रहना ही है। तुहाडा घर खाली है, तुसी नहीं रहिंदे, उत्थे ते चिड़ियां ने आके आलने पाउणे ही ने, उत्थे कीड़े मकोड़े आके खुड्डां बना ही लैणगे, रहणगे, चूहे आ जाणगे, होर बहुत कुछ आ जाएगा। जिस हिरदे च नाम दा प्यार नहीं है उत्थे कुछ ना कुछ तो होना ही है। कुदरत ने वैकम नूं पूरियां करना है, जो खाली जगह है उन्होंने पूरियां करना है। जिथे लाइट नहीं उत्थे हनेरा होएगा, जिथे शुभ गुण नहीं उत्थे अवगुण होणगे आउणगे। और वैसे भी एक कुदरत का एक निजम है। तुसीं देखो सरीरक तौर पर कितना यतन करते सी तंदुरुस्त रहने का, थोड़ी जी ढिलाई करिए तो रोग अपने आप आने शुरू हो जाते हैं। रोग साडी लापरवाही चों पैदा होंदे ने, रोग साडी गैर जिम्मेवारी चों पैदा होंदे ने। जिन्ना जिन्ना तुसीं जिम्मेवार बनते जाओगे अपने शरीर के प्रति। मेरे एक बुजुर्ग जानने वाले 80-90 साल उन्होंने उम्र, उन्होंने ऐ बूट पाए, सवेरे सवेरे दौड़ के आना है खिड़े। तो मैं एक बार पूछ लिया, बापू जी इस उम्र च इन्नी तुहाडी तंदुरुस्ती का राज? कहन लगे ज्ञानी जी सवेरे उठ के जो इशनान करते शरीर के हर अंग नूं बड़े प्यार नाल मलिया करो, उन्होंने प्यार करया करो। जिन्हों नहीं प्यार करोगे नाराज हो जाएगा, तुहाडे नाल वही अंग नाराज हो जाएगा। शरीर का ध्यान रखोगे तंदुरुस्त रहोगे। तुसी अपने मन का ध्यान रखोगे तंदुरुस्त रखोगे। की खाना है की नहीं खाना, इहदे लई ते सानू सुचेत होना ही पेगा। राह तुरे जांदे आ, जे ध्यान नहीं रखा तो खड्डे च ते डिग ही पवांगे ना। ध्यान नाल जाना पैंदा। ये जिंदगी भी एक मार्ग है। जिंदगी ते मार्ग ते सानू अखां खोल के तुरना पेगा, सुचेत होके तुरना पेगा। की खाना है की सुनना है की बोलना है, किहदे कोल बैठना है, कारोबार करना है तो सुचेत हो के करदे आपां कि कारोबार चलाउणा है ते ध्यान रखिया करो, सुचेत रहा करो। जिंदगी भी एक इसे तरीके दे नाल है। गुरु साहिब जी कहंदे ने एक गल चेते रखियो, जे वाहिगुरु जी दे प्यार च ना जुड़े, जे गुरु दे प्यार च ना जुड़े तो फिर अंदर हंकार आएगा।
जिथे हंकार आएगा उत्थे तो फिर अग पैदा होएगी, जिथे अग होएगी उत्थे कोई मोलण वाली गल, खेड़े वाली गल, हरियावल वाली गल नहीं होएगी। ये मन जलिया दूजे होमे दोहे, ये हंकार च पै के मन सड़ जाता है। जदों अहंकार मिटेगा मन प्रफुल्लित उदों होएगा। हंकार मिटना गुरु के शब्द दे राही। गुरु का शब्द जिहड़ा मनुख दे अंदर अहंकार दे रोग नूं कटदा है। हर नामो मंत्र दरड़ाएंदा कट्टे हौमै रोग। जदों अहंकार मिट गया मनुख अंदरों मौलदा है, प्रफुल्लित हुंदा है। गुरु साहब जी ने गल ही इत्थों शुरू कीती सी कि गुरु के शब्द दे राही मन मौलदा है, परमात्मा दे गुण गाउंदा है। जिन्ना जिन्ना तुसी गुरु की बाणी नूं प्यार पढ़ोगे, जदों भी जिन्ना गुरु की बाणी नूं प्यार नाल पढ़ोगे, तुहाडे अंदर मौलण की ताकत पैदा होएगी, अंदर खेड़े वाली गल पैदा होएगी, चाह पैदा होएगा। देखो जिस वेले भी किते कीर्तन हो रहा होए जां असीं किते प्यार दे नाल बाणी नूं पढ़दे होईए, कोई वधिया गल पढ़दे होईए, साडे अंदर एक खुशी की लहर पैदा होंदी, एक शांति जी पैदा होंदी। यह है मौलण की प्रक्रिया। बूटे नूं थोड़ा थोड़ा पानी पाओ, बूटा सहजे सहजे हरा हुंदा हुंदा किड्डा वड्डा हो जाता है, उन्होंने फुल लगते ने, उन्होंने फल लगते ने। साडा मन भी बूटे दी नहीं आई है। इनू रोज जे आपां शुभ गुणां दा पानी देवांगे, जे वाहिगुरू जी दी सिफत सलाह दा जल देवांगे, ये मौलेगा, ये प्रफुल्लित होएगा, फिर आखिर इनू फल लगेगा, इनू फुल लगणगे, इनू फल लगेगा। इस करके सतगुरु साहब जी कहंदे जदों असीं वाहिगुरू जी दे प्यार जुड़ांगे सदा सुखी रवांगे। पर बिन नामे हौमे जल जाई। वाहिगुरू जी दे नाम नालों टुट के असीं हंकार च सड़ जावांगे। सड़न दा अर्थ है कि साडे अंदर कठोरता आ जाएगी, साडे अंदर निर्दयता आ जाएगी, साडे अंदरों हलीमी खत्म हो जाएगी। ते जिन्हों कहने हरे होना, अंदर प्यार आएगा, निम्रता आएगी, दया आएगी, संतोख आएगा। यह है हरे होना। वड पागी हर नाम विचारा, भी वड्डे भागां वालियां ने वाहिगुरू जी दे नाम दी विचार कीती है, नाम नाल जुड़दे ने। छुटै राम नाम दुख सारा। जदों असीं वाहिगुरू जी दे नाम नाल जुड़दे सारे दुख अपने आप भज जांदे ने। जिथे नाम दा प्यार आ जाए, जै हर सिमरन पिया तैं उपाध गत कीनी। जिथे वाहिगुरू जी दी याद आ जाए उपाधियां उत्थों भज जांदियां ने। जिथे सूरज आए हनेरा उत्थों भज जांदा है। जिथे वाहिगुरू जी का प्यार आ जाए दुख उत्थों भज जाते हैं। साहब कहते हिरदे वसिया सो बाहर पसारा। जो वाहिगुरू जी के नाम नाल जुड़दा है वो सारे दुख भज जाते हैं, वो अंदर वाहिगुरू जी का नाम वस जाता है। जिस मनुख के अंदर वाहिगुरू जी का नाम वस जाए उन्होंने बाहर भी सारे थावां तो नाम ही नजर आता है। सारे पसारे चो परमात्मा के दीदार होंदे ने। नानक जाने सब उपामन हारा। धन गुरु अमरदास जी महाराज अखीर ते कहंदे है भाई, वो मनुख ये सोचता है कि सारे थावां ते वाहिगुरू ही बैठा होया, सब गोबिंद है, सब गोबिंद है। वो पावनहारा इस जगत नूं पैदा करने वाला परमात्मा ही सारे थावां ते बैठा होया है। पर यह अवस्था कदों बनदी जदों अंदरों परमात्मा नजर आ जाए। अंदरों परमात्मा नाल सांझ उदों बनेगी जो साडा मन मोलेगा। मन मोलेगा गुरु के शब्द दे राही, मन मोलेगा गुरु के शब्द दे रही परमात्मा की कीर्ति कीतियां। ज्यों ज्यों वाहिगुरू जी की कीर्ति करांगे, ज्यों ज्यों वाहिगुरू जी के धन्नवाद जुड़ांगे, त्यों तो साडा मन हरिया हुंदा जाएगा, मौलदा जाएगा। इस मौले हुए मल नूं आखिर फल लगेगा वाहिगुरू जी के नाम का। सतगुरु जी बख्शिश करन, गुरु का यह पावन मुख वाक दी विचार साडे हिरदे च वसे। इन्हियां बेनतियां प्रवान करनियां जी, भुल चुक दी खिमा बख्श देनी। सतगुरु सच्चे पातशाह जी समूह संगतां नूं अपने दरों करो नाम बाणी दा प्यार बख्श के करतार्थ करन। प्यार अदब सह सारे ही बुलाओ जी। वाहिगुरू जी का खालसा, वाहिगुरू जी की फतेह।